ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਹੋਸਟ ਅਮਰਤਜੀਤ ਸਿੰਘ ਸਰਾਂ। ਕੈਨੇਡਾ ਦੀਆਂ ਫੈਡਰਲ ਇਲੈਕਸ਼ਨਸ 21 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ, ਜਿਸ ਦੇ ਮੱਦੇਨਜ਼ਰ ਪੂਰੇ ਕੈਨੇਡਾ ਭਰ ਦੇ ਵਿੱਚ ਕੈਂਪੇਨ ਪੂਰੇ ਜ਼ੋਰਾਂ ਸ਼ੋਰਾਂ 'ਤੇ ਹੈ। PTC ਨਿਊਜ਼ ਵੱਲੋਂ ਵੀ ਇੱਕ ਬਹੁਤ ਹੀ ਵੱਡਾ ਉਦਮ ਕੀਤਾ ਜਾ ਰਿਹਾ ਹੈ ਕਿ ਤੁਹਾਡੇ ਜਿੰਨੇ ਵੀ ਕੈਨੇਡਾ ਭਰ ਦੇ ਕੈਂਡੀਡੇਟਸ ਹਨ ਉਹਨਾਂ ਨੂੰ ਤੁਹਾਡੇ ਨਾਲ ਰੂਬਰੂ ਕੀਤਾ ਜਾਵੇ, ਜਿਸ ਦੇ ਮੱਦੇਨਜ਼ਰ ਅੱਜ ਮੈਂ ਮੌਜੂਦ ਹਾਂ ਸਰੀ ਨਿਊਟਨ ਦੇ ਹਲਕੇ ਦੇ ਵਿੱਚ, ਜਿੱਥੋਂ ਕਿ ਬੜੇ ਲੰਮੇ ਸਮੇਂ ਤੋਂ ਜਿਨ੍ਹਾਂ ਦਾ ਪੋਲੀਟੀਕਲ ਕੈਰੀਅਰ ਚੱਲਦਾ ਆ ਰਿਹਾ ਹੈ। ਮੇਰੀ ਮੁਰਾਦ ਹੈ ਫਾਰਮਰ ਮੈਂਬਰ ਆਫ ਪਾਰਲੀਮੈਂਟ ਸੁਖ ਧਾਲੀਵਾਲ ਹੋਣਾ ਦੇ ਨਾਲ। ਦੇਖਦੇ ਹਾਂ ਕਿ ਉਹਨਾਂ ਦੀ ਦਿਨ ਦੀ ਜੋ ਸ਼ੁਰੂਆਤ ਹੈ ਉਹ ਕਿਸ ਤਰ੍ਹਾਂ ਸ਼ੁਰੂ ਹੁੰਦੀ ਹੈ ਅਤੇ ਉਹ ਸਾਰਾ ਦਿਨ ਆਪਣਾ ਜੋ ਕੈਂਪੇਨ ਦਾ ਹੈਗਾ ਉਹ ਕਿੱਦਾਂ ਕੱਢਦੇ ਹਨ। ਕੈਨੇਡਾ ਇਲੈਕਟਸ ਪ੍ਰੋਗਰਾਮ ਜੋ ਕਿ ਸਪੈਸ਼ਲੀ ਫੈਡਰਲ ਇਲੈਕਸ਼ਨ ਕਰਕੇ ਬਣਾਇਆ ਗਿਆ ਹੈ, ਉਸ ਦੇ ਵਿੱਚ ਹੁਣ ਆਪਾਂ ਗੱਲਬਾਤ ਕਰਦੇ ਹਾਂ ਸੁਖ ਧਾਲੀਵਾਲ ਸਾਹਿਬ ਦੇ ਨਾਲ, ਜੋ ਕਿ ਲਿਬਰਲ ਕੈਂਡੀਡੇਟ ਹਨ ਸਰੀ ਨਿਊਟਨ ਤੋਂ। ਧਾਲੀਵਾਲ ਸਾਹਿਬ, ਸਾਨੂੰ ਸਭ ਤੋਂ ਪਹਿਲਾਂ ਦੱਸੋ, ਸਰੀ ਨਿਵਾਸੀ ਜਾਂ ਸਾਰੇ ਜਾਣਦੇ ਨੇ ਕਿ ਬੜਾ ਲੰਬਾ ਪੋਲੀਟੀਕਲ ਕੈਰੀਅਰ, ਪਰ ਇਸ ਦੀ ਸ਼ੁਰੂਆਤ ਕਿੱਦਾਂ ਹੋਈ? ਦੇਖੋ, ਸ਼ੁਰੂਆਤ ਇਉਂ ਹੋਈ ਸੀ 1984 'ਚ ਮੈਂ ਕੈਨੇਡਾ ਆਇਆ ਸੀਗਾ, ਸਿਵਲ ਇੰਜੀਨੀਅਰਿੰਗ ਦੀ ਡਿਗਰੀ ਕੀਤੀ। ਉਸ ਤੋਂ ਬਾਅਦ ਆ ਕੇ ਮੈਂ ਜਦੋਂ ਮੈਨੂੰ ਪ੍ਰੋਫੈਸ਼ਨਲ ਇੰਜੀਨੀਅਰ ਦਾ ਸਟੇਟਸ ਮਿਲ ਗਿਆ, ਨਾਲ ਹੀ ਮੈਂ ਡਿਪਲੋਮਾ ਐਨਰਜੀ ਮੈਨੇਜਮੈਂਟ ਯੂਟੀਲਾਈਜੇਸ਼ਨ ਕੀਤਾ, ਪਰ ਮੈਂ ਚਾਹਿਆ ਕਿ ਮੈਂ BC ਲੈਂਡ ਸਰਵੇਅਰ ਵੀ ਬਣਨਾ। ਸੋ ਫਿਰ ਮੈਂ ਇੱਕ ਹੋਰ ਡਿਗਰੀ ਜਿਹੜੀ ਸੀ ਯੂਨੀਵਰਸਿਟੀ ਕੈਲਗਰੀ ਤੋਂ ਜੀਓਮੈਟਿਕਸ ਇੰਜੀਨੀਅਰਿੰਗ ਦੇ ਵਿੱਚ ਕੀਤੀ, ਔਰ 2 ਮੇਰੇ ਕੋਲ ਡਿਗਰੀਆਂ, ਇੱਕ ਡਿਪਲੋਮਾ। ਫਿਰ ਉਸ ਤੋਂ ਬਾਅਦ ਹੁਣ ਮੇਰੇ ਕੋਲ ਪ੍ਰੋਫੈਸ਼ਨਲ ਇੰਜੀਨੀਅਰ ਦਾ ਸਟੇਟਸ ਅਤੇ ਨਾਲ ਹੀ BC ਲੈਂਡ ਸਰਵੇਅਰ ਦਾ, ਅਤੇ ਮੈਂ ਇੱਥੇ ਸਮਾਲ ਬਿਜ਼ਨਸ ਕੰਪਨੀ ਮੇਰੀ ਇੱਥੇ ਸਰੀ ਦੇ ਵਿੱਚ ਖੋਲ੍ਹੀ। ਜਦੋਂ ਮੈਂ 1990 ਦੇ ਵਿੱਚ ਦੂਜੀ ਡਿਗਰੀ ਕਰ ਰਿਹਾ ਸੀਗਾ ਤਾਂ ਉਸ ਵੇਲੇ ਲੀਡਰਸ਼ਿਪ ਰੇਸ ਹੋਈ ਸੀ, ਜਿਹਦੇ ਵਿੱਚ ਜੌਨ ਕੈਟੀਅਨ, ਪਾਲ ਮਾਰਟਨ ਅਤੇ ਹੋਰ ਸ਼ੀਲਾ ਕਾਪ ਕੁੱਦੇ। ਉਸ ਰੇਸ ਦੇ ਵਿੱਚ ਮੈਂ ਐਕਟਿਵਲੀ ਜਿਹੜਾ ਸੀ ਲਿਬਰਲ ਲੀਡਰਸ਼ਿਪ 'ਚ ਪਾਰਟੀਸਪੇਟ ਕੀਤਾ। ਉਸ ਦਿਨ ਤੋਂ ਮੇਰਾ ਜਿਹੜਾ ਸੀ ਇੱਧਰ ਪਿਆਰ ਜਿਹੜਾ ਸੀ ਉਹ ਵੱਜ ਗਿਆ। ਪਰ ਮੈਂ ਪਾਰਟੀ ਜਿਹੜੀ ਸੀਗੀ ਉਹ ਟਰੂਡੋ ਸਾਹਿਬ ਦੀਆਂ ਪਾਲਿਸੀਆਂ ਕਰਕੇ, ਚਾਰਟ ਆਫ ਰਾਈਟ ਐਂਡ ਫਰੀडम ਕਰਕੇ ਮੈਂ 1986 ਜੁਆਇਨ ਕੀਤੀ ਸੀ, ਔਰ 1988 ਦਾ ਪਹਿਲਾ ਇਲੈਕਸ਼ਨ ਸੀਗਾ ਜਦੋਂ ਡੇਲ ਮੂਤੀ ਆਪਣੇ ਕੈਂਡੀਡੇਟਸ ਕਲਗੀ ਤੋਂ ਖੜੇ ਹੋਏ ਸੀ, ਉਹਨਾਂ ਦੀ ਮਦਦ ਕੀਤੀ ਸੀ। ਇਹ ਤਾਂ ਤੁਸੀਂ ਦੱਸਿਆ ਜੋ ਕਿ ਜਦ ਤੁਸੀਂ ਸਰੀ ਪਹੁੰਚੇ ਉਸ ਦੇ ਬਾਰੇ। ਜੇ ਪੰਜਾਬ ਦੀ ਗੱਲ ਕਰੀ ਤਾਂ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ, ਉੱਥੋਂ ਕਿੱਥੋਂ ਐਜੂਕੇਸ਼ਨ ਲਈ? ਪੰਜਾਬ 'ਚੋਂ ਦੇਖੋ, ਮੈਂ ਲੁਧਿਆਣੇ ਜ਼ਿਲ੍ਹੇ 'ਚ ਮੈਂ ਬੌਰਨ ਹੋਇਆ, ਗਰੋਨ ਅਪ ਹੋਇਆ ਮੈਂ ਹੁਸ਼ਿਆਰਪੁਰ ਦੇ ਵਿੱਚ। ਫਿਰ ਮੈਂ ਖਾਲਸਾ ਕਾਲਜ ਅੰਮ੍ਰਿਤਸਰ, DAV ਕਾਲਜ ਜਲੰਧਰ ਅਤੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣੇ ਤੋਂ ਜਿਹੜੀਆਂ ਨੇ ਮੇਰੀ ਪੋਸਟ ਕੈਂਡੀ ਐਜੂਕੇਸ਼ਨ ਲੈ ਕੇ ਮੈਂ ਇੱਥੇ ਪਹੁੰਚਿਆ। ਧਾਲੀਵਾਲ ਸਾਹਿਬ, ਜਦ ਕੋਈ ਵੀ ਇਨਸਾਨ ਪਹਿਲੀ ਵਾਰੀ ਕੈਨੇਡਾ ਆਉਂਦਾ ਵਾ ਬੀਇੰਗ ਇਮੀਗ੍ਰੈਂਟ, ਉਹਨੂੰ ਤਾਂ ਹੁੰਦਾ ਕਿ ਯਾਰ ਆਪਾਂ ਦਾਲ ਫੁਲਕਾ ਕਿੱਦਾਂ ਕਰਨਾ। ਤੁਹਾਨੂੰ ਪੋਲੀਟਿਕਸ ਦੇ ਵਿੱਚ ਕਿੱਦਾਂ, ਕੋਈ ਪਹਿਲਾਂ ਫੈਮਿਲੀ ਮੈਂਬਰ ਇਨਵੋਲਵ ਸੀਗਾ ਪੋਲੀਟਿਕਸ ਦੇ ਵਿੱਚ? ਨਹੀਂ, ਫੈਮਿਲੀ ਨਹੀਂ, ਮੈਨੂੰ ਤਾਂ ਸਿਰਫ ਇਹ ਸੀਗਾ ਕਿ ਮੈਂ ਜਦੋਂ ਸਰੀ ਦੇ ਵਿੱਚ ਆਇਆ, ਪਹਿਲੀ ਗੱਲ ਤਾਂ ਇਹ ਸੀ ਵੀ ਮੈਂ ਪਾਰਟੀਸਪੇਟ ਕੀਤਾ। ਮੈਂ ਚਾਹੁੰਦਾ ਕਿ ਤੁਹਾਡੇ ਸਾਰੇ ਜਿਹੜੇ ਦਰਸ਼ਕ ਆ ਉਹ ਵੀ ਪਾਰਟੀਸਪੇਟ ਕਰਨ। 1990 ਦੀ ਲੀਡਰਸ਼ਿਪ ਰੇਸ ਦੇ ਵਿੱਚ ਮੈਂ ਪਾਰਟੀਸਪੇਟ ਕੀਤਾ। ਉਸ ਤੋਂ ਬਾਅਦ ਪ੍ਰਧਾਨ ਮੰਤਰੀ ਬਣੇ ਪਾਲ ਮਾਰਟਨ, ਜਿਨ੍ਹਾਂ ਦੇ ਨਾਲ ਮੇਰਾ ਬਹੁਤ ਪੁਰਾਣਾ ਪਿਆਰ ਚੱਲਿਆ ਆਉਂਦਾ ਸੀ 1990 ਤੋਂ। ਉਸ ਵੇਲੇ ਮੈਨੂੰ ਲੋਕਾਂ ਨੇ ਕਿਹਾ ਕਿ ਤੂੰ ਜਿਹੜਾ ਵਾ ਉਹ ਲੜ ਇਲੈਕਸ਼ਨ, ਅਤੇ ਮੈਂ ਜੇ ਦੇਖਿਆ ਵੀ ਜਾਵੇ ਤਾਂ ਕੈਨੇਡਾ ਦੇਸ਼ ਨੇ ਮੈਨੂੰ, ਮੇਰੇ ਪਰਿਵਾਰ ਨੂੰ, ਮੇਰੇ ਬਿਜ਼ਨਸ ਨੂੰ ਸਭ ਕੁਝ ਦਿੱਤਾ, ਤਾਂ ਸੇਵਾ ਕਰਨੀ ਚਾਹੀਦੀ ਆ। ਸੋ ਉਹ ਸੇਵਾ ਦੇ ਮੈਂ ਜਿਹੜਾ ਸੀ ਉਹ ਗੁੱਤ ਪਿਆ। ਤੁਸੀਂ ਆਪਣੀ ਗੱਲਬਾਤ ਦੌਰਾਨ ਦੱਸਿਆ ਕਿ ਕਿਹੜਾ ਫਰੀडम ਆਫ ਸਪੀਚ ਜਾਂ ਜੋ ਉਹਨਾਂ ਦਾ ਚਾਰਟਰ ਆਫ ਰਾਈਟਸ ਸੀਗਾ, ਤੁਸੀਂ ਜੋ ਲਿਬਰਲ ਪਾਰਟੀ ਦੀਆਂ ਕਿਹੜੀਆਂ ਆਪਣੀਆਂ ਪੋਲਿਸੀਜ਼ ਹੈਗੀਆਂ ਉਹਨੂੰ ਬਹੁਤ ਪਸੰਦ ਕਰਦੇ ਸੀਗੇ, ਜਿਹਦੇ ਕਰਕੇ ਤੁਸੀਂ ਲਿਬਰਲ ਪਾਰਟੀ ਨੂੰ ਜੁਆਇਨ ਕੀਤਾ। ਕਦੀ ਉਸ ਟਾਈਮ 'ਤੇ ਇਹ ਵੀ ਸੋਚਿਆ ਸੀਗਾ ਨਹੀਂ ਯਾਰ ਵੀ ਆਪਾਂ ਹੋਰ ਵੀ ਪਾਰਟੀ NDP ਸੀਗੀ, ਕੰਜ਼ਰਵੇਟਿਵ ਟੋਰੀ ਪਾਰਟੀ ਸੀਗੀ, ਵੀ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨੀ? ਉਹਨਾਂ ਨੇ ਮੇਰੇ ਨਾਲ ਬਹੁਤ ਪਾਰਟੀਆਂ ਨੇ ਮੈਨੂੰ ਰਨ ਕਰਨ ਦੀ, ਫੈਡਰਲ ਕੰਜ਼ਰਵੇਟਿਵਸ ਨੇ, ਜਦੋਂ ਮੇਰੇ ਦੋਸਤ ਮਿੱਤਰ ਜੇ ਦੇਖੋ ਸਰੀ ਦੇ ਵਿੱਚ ਬਹੁਤੇ ਫੈਡਰਲ ਕੰਜ਼ਰਵੇਟਿਵ ਪਾਰਟੀ ਦੇ, ਚਾਹੇ ਉਹ ਜੈਨਟ ਪ੍ਰੋਟੀ ਸੀ, ਮਾਰਵਨ ਹੰਟ ਸੀਗਾ, ਡਗ ਬਕੈਲਮ ਸੀਗੇ, ਰਾਈਟ, ਇਹ ਸਾਰੇ ਜਿਹੜੇ ਸੀਗੇ ਉਸ ਪਾਰਟੀ ਦੇ ਨਾਲ ਬਿਲੋਂਗ ਕਰਦੇ ਸੀ। ਪਰ ਮੈਂ ਜਿਹੜਾ ਸੀਗਾ, ਮੇਰਾ ਮਨ ਜਿਹੜਾ ਸੀਗਾ, ਉਹ ਮੇਰੀ ਸੋਚ ਜਿਹੜੀ ਸੀ ਉਹ ਲਿਬਰਲ ਪਾਰਟੀ ਦੇ ਨਾਲ ਮੈਚ ਖਾਂਦੀ ਸੀ। ਇੱਕੋ ਹੀ ਇੱਕ ਪਾਰਟੀ ਦਾ ਮੈਂਬਰ ਰਿਹਾ। 1986 ਦੇ ਵਿੱਚ ਵੀ ਲਿਬਰਲ ਪਾਰਟੀ ਸੀ, ਅਤੇ ਅੱਜ ਜਿਹੜੀ ਆ 2019 ਦੇ ਵਿੱਚ ਵੀ ਲਿਬਰਲ ਪਾਰਟੀ ਹੋਈ ਹੈ। ਫਿਰ ਵੀ ਇੱਕ ਵਾਰੀ ਹੁੰਦਾ ਕਿ ਨਹੀਂ, ਮੈਂ ਆਪਣੇ ਪਰਿਵਾਰ ਦੇ ਵਿੱਚ ਗੱਲ ਜ਼ਰੂਰ ਕਰਨੀ ਹੈ। ਜਦੋਂ ਪੋਲੀਟਿਕਸ ਤੁਸੀਂ ਸ਼ੁਰੂ ਕਰਨੀ ਸੀ, ਕਿਹਨੂੰ ਸਭ ਤੋਂ ਪਹਿਲਾਂ ਕਿਹਾ ਕਿ ਜਾ ਕੇ ਕਿਹਾ ਕਿ ਮੈਂ ਪੋਲੀਟਿਕਸ ਜੁਆਇਨ ਕਰਨਾ ਚਾਹੁੰਦਾ? ਪਹਿਲਾਂ ਸਾਰਿਆਂ ਨਾਲੋਂ ਪਹਿਲਾਂ ਮੇਰੇ ਦੋਸਤ ਆ ਜਿਹੜੇ ਕਮਿਊਨਿਟੀ ਦੇ ਲੀਡਰ ਸੀਗੇ, ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਪੋਲੀਟਿਕਸ 'ਚ ਆ। ਉਸ ਤੋਂ ਬਾਅਦ ਜਾ ਕੇ ਮੈਂ ਆਪਣੇ ਪਰਿਵਾਰ ਨਾਲ ਗੱਲ ਕੀਤੀ, ਔਰ ਪਰਿਵਾਰ ਦੇ ਵਿੱਚੋਂ ਮੈਨੂੰ ਜਿਹੜੀ ਹੈ ਉਹ ਬਹੁਤ ਵੱਡੀ ਸਪੋਰਟ ਜਿਹੜੀ ਆ
ਉਹਨਾਂ ਦੀ ਮਿਲੀ ਹੈਗੀ ਆ, ਕਿਉਂਕਿ ਚਾਹੇ ਮੈਨੂੰ ਆਪਣਾ ਫੈਮਿਲੀ ਟਾਈਮ ਸੈਕਰੀਫਾਈਸ ਕਰਨਾ ਪੈਂਦਾ, ਪਰ ਮੈਂ ਫਾਰਚੂਨੇਟ ਹਾਂ ਕਿ ਮੇਰੇ ਪੇਰੈਂਟਸ, ਮੇਰੀ ਵਾਈਫ, ਮੇਰੀ ਸਿਸਟਰ ਦੀ ਫੈਮਿਲੀ ਅਤੇ ਮੇਰੇ ਬੱਚੇ ਜਿਹੜੇ ਆ ਉਹ ਫੁੱਲੀ ਮੇਰੇ ਨਾਲ ਜਿਹੜੇ ਨੇ ਸਪੋਰਟ ਕਰਦੇ ਆ। ਬਿਲਕੁਲ, ਮੈਂ ਅੱਜ ਵੀ ਦੇਖਿਆ ਕਿ ਸਵੇਰੇ ਜਦ ਤੁਹਾਡੇ ਘਰ ਸੀਗੇ ਕਿ ਤੁਹਾਡੇ ਮਿਸਿਸ ਤੁਹਾਡੀ ਹੈਲਪ ਕਰ ਰਹੇ ਸੀਗੇ ਤੁਹਾਨੂੰ ਤਿਆਰ ਕਰਨ ਦੇ ਵਿੱਚ, ਤੁਸੀਂ ਜਦੋਂ ਉੱਥੋਂ ਪੌੜੀਆਂ ਵੀ ਉਤਰ ਕੇ ਆਏ। ਪਰਿਵਾਰ ਬਾਰੇ ਥੋੜ੍ਹਾ ਹੋਰ ਦੱਸੋ ਸਾਨੂੰ ਕਿ ਕਿੰਨੇ ਬੱਚੇ ਨੇ, ਕੀ ਕਰਦੇ ਨੇ? ਦੇਖੋ 3 ਬੱਚੇ ਨੇ ਮੇਰੇ, 2 ਡਾਟਰਸ ਨੇ ਔਰ 1 ਬੇਟਾ। ਦੋਨੇ ਮੇਰੀਆਂ ਡਾਟਰ ਜਿਹੜੀਆਂ ਨੇ, ਮੈਂ ਟੇਕ ਪ੍ਰਾਈਡ ਕਰਦਾ ਕਿ ਉਹਨਾਂ ਨੇ ਮੈਂ 3 ਸਕੂਲਾਂ 'ਚ ਜਿਹੜੀ ਆ ਵਿਦਿਆ ਦਿੱਤੀ। ਖਾਲਸਾ ਸਕੂਲ ਦੇ ਵਿੱਚ ਵੀ ਮੈਂ ਭੇਜਿਆ, ਸਾਡਾ ਉਹ ਰਿਲੀਜੀਅਸ ਸਕੂਲ ਸੀਗਾ, ਨਾਲੇ ਪ੍ਰਾਈਵੇਟ ਸਕੂਲ 'ਚ ਵੀ ਉਹਨਾਂ ਨੂੰ ਭੇਜਿਆ ਔਰ ਪਬਲਿਕ ਸਕੂਲ 'ਚ ਵੀ ਉਹਨਾਂ ਨੂੰ ਭੇਜਿਆ। ਮੈਂ ਤਿੰਨੇ ਜਿਹੜੇ ਨੇ ਸੈਕੰਡਰੀ ਐਜੂਕੇਸ਼ਨ ਜਿਹੜੀ ਹੈਗੀ ਆ ਉਹਦੇ ਵਿੱਚੋਂ ਦੀ ਉਹਨਾਂ ਨੂੰ ਕੱਢਿਆ ਤਾਂ ਕਿ ਜਿੱਥੇ ਉਹ ਚਾਹਿਆ ਕੀਤਾ। ਉਸ ਤੋਂ ਬਾਅਦ ਮੇਰੀਆਂ ਡਾਟਰ ਜਿਹੜੀਆਂ ਸੀ ਉਹਨਾਂ ਨੇ ਮੈਡੀਕਲ ਪ੍ਰੋਫੈਸ਼ਨ ਜਿਹੜਾ ਸੀ ਪਰਸੂ ਕਰਨਾ ਚਾਹਿਆ। ਮੈਂ ਐਜ਼ ਏ ਪੇਰੈਂਟ ਉਹਨਾਂ ਦੀ ਪੂਰੀ ਸਪੋਰਟ ਜਿਹੜੀ ਆ ਉਹ ਕੀਤੀ ਆ। ਔਰ ਵੱਡੀ ਡਾਟਰ ਜਿਹੜੀ ਮੇਰੀ ਹੈਗੀ ਆ ਉਹਨੇ ਫਿਰ ਸੇਂਟ ਲੂਇਸ ਚਿਲਡਰਨ ਹਸਪੀਟਲ ਹੈਗਾ ਵਾ US ਦੇ ਵਿੱਚ, ਉੱਥੋਂ ਉਹਨੇ ਪੀਡੀਆਟ੍ਰਿਕਸ ਦੀ ਟ੍ਰੇਨਿੰਗ ਕੀਤੀ ਔਰ ਉਹ ਵਾਪਸ ਆਪਣੀ ਕੰਟਰੀ ਨੂੰ ਸਰਵ ਕਰਨ ਵਾਸਤੇ ਇਸ ਵੇਲੇ BC ਚਿਲਡਰਨ ਹਸਪੀਟਲ ਦੇ ਵਿੱਚ UBC ਦੇ ਥਰੂ ਸੀਨੀਅਰ ਫੈਲੋ ਜਿਹੜੀ ਹੈਗੀ ਆ ਉਹ ਨਿਓਨੇਟੋਲੋਜੀ 'ਚ ਕਰ ਰਹੀ ਆ, ਰਾਈਟ। ਔਰ ਇਸੇ ਤਰ੍ਹਾਂ ਮੇਰੀ ਦੂਜੀ ਡਾਟਰ ਉਹਨੇ ਚੂਜ਼ ਕੀਤਾ ਵੀ ਮੈਂ ਫੈਮਿਲੀ ਫਿਜ਼ੀਸ਼ੀਅਨ ਦਾ ਕਰਨਾ, ਉਹ ਹੁਣ ਫੈਮਿਲੀ ਫਿਜ਼ੀਸ਼ੀਅਨ ਦਾ ਕਰਦੀ ਪਈ ਆ। ਔਰ ਅਗਲੇ ਸਾਲ ਉਹਨੇ ਸਰੀ ਨਿਊਟਨ ਦੇ ਵਿੱਚ ਜਿਹੜੀ ਆ ਉਹ ਆਪਣੀ ਪ੍ਰੈਕਟਿਸ ਜਿਹੜੀ ਆ ਉਹ ਸ਼ੁਰੂ ਕਰਨੀ। ਮੈਂ ਬਹੁਤ ਪ੍ਰਾਊਡ ਡੈਡ ਮਹਿਸੂਸ ਕਰਦਾ ਕਿ ਮੇਰੀਆਂ ਡਾਟਰਸ ਨੇ ਜੋ ਅਕੰਪਲਿਸ਼ ਕਰਨਾ ਚਾਹਿਆ ਉਹ ਉਹਨਾਂ ਨੇ ਅਕੰਪਲਿਸ਼ ਕੀਤਾ ਔਰ ਮੈਂ ਉਹਨਾਂ ਦੀ ਸਪੋਰਟ ਕੀਤੀ। ਔਰ ਇਸੇ ਤਰ੍ਹਾਂ ਛੋਟਾ ਵਾ, ਉਸ ਨੂੰ ਜੇ ਉਹ ਕਹਿੰਦਾ ਮੈਂ ਹਾਕੀ ਦੀ ਸਪੋਰਟ ਖੇਡਣੀ ਹੈ ਤਾਂ ਹਾਕੀ 'ਚ, ਜੇ ਉਹ ਕਹਿੰਦਾ ਤਾਇਕਵਾਂਡੋ ਕਰਨਾ ਤਾਂ ਤਾਇਕਵਾਂਡੋ, ਜੇ ਉਹ ਕਹਿੰਦਾ ਮੈਂ ਮਿਊਜ਼ਿਕ ਵਾਲੇ ਪਾਸੇ ਜਾਣਾ ਤਾਂ ਮੈਂ ਮਿਊਜ਼ਿਕ ਵਾਲੇ ਪਾਸੇ, ਜੇ ਉਹਨੂੰ ਵੀ ਮੈਂ ਪਹਿਲਾਂ ਖਾਲਸਾ ਸਕੂਲ ਤੁਸੀਂ ਦੇਖਦੇ ਹੋਵੋਗੇ, ਜੇ ਉਹ ਕਹਿੰਦਾ ਮੈਂ ਗੱਤਕਾ ਖੇਡਣਾ ਤਾਂ ਮੈਂ ਗੱਤਕਾ ਵੀ ਖਿਡਾਇਆ। ਸੋ ਆਪਣੇ ਬੱਚਿਆਂ ਨੂੰ ਮੈਂ ਪੂਰੀ ਫਰੀਡਮ ਦੇ ਕੇ ਉਹਨਾਂ ਨੂੰ ਜੋ ਬਣਨਾ ਚਾਹੁੰਦੇ ਆ ਉਹ ਬਣਾਉਣ ਦੀ ਮੈਂ ਜਿਹੜੀ ਆ ਹੈਲਪ ਮੈਂ ਕੀਤੀ। ਦਿਮਾਗ ਉਹਨਾਂ ਦਾ, ਪਲਾਨ ਉਹਨਾਂ ਦੀ, ਪਰ ਇਹ ਚੀਜ਼ ਹੈਗੀ ਆ ਕਿ ਮੈਨੂੰ ਖੁਸ਼ੀ ਵੀ ਇਸ ਗੱਲ ਦੀ ਹੋਈ ਆ ਕਿ ਅਸੀਂ ਬੱਚਿਆਂ 'ਤੇ ਜ਼ੋਰ ਦੇਣ ਲਈ ਮੈਂ ਕਹਿੰਦਾ ਸਾਰਿਆਂ ਨੂੰ, ਅਤੇ ਜੇ ਬੱਚੇ ਹੀ ਸਾਡੇ ਚੰਗੇ ਨਿਕਲ ਗਏ ਤਾਂ ਸਾਡਾ ਜੀਵਨ ਵਧੀਆ। ਜੇ ਘਰੋਂ ਅਸੀਂ ਤੁਰਦੇ ਹਾਂ, ਕਿਉਂਕਿ ਮੈਨੂੰ ਇਹ ਨਹੀਂ ਜਾਣਾ ਪੈਂਦਾ ਹੈਗਾ ਬਈ ਜੀ ਮੈਂ ਅੱਜ ਆਪਣਾ ਬੱਚਾ ਉਹ ਕੈਨ ਹਾਰਡੀ ਦੇ ਦਫ਼ਤਰ ਚਲਾਉਣਾ ਜਾਂ ਮੈਂ ਆਪਣਾ ਬੱਚਾ ਜਿੰਨੀ ਸਿਮ ਦੇ ਦਫ਼ਤਰ ਚਲਾਉਣਾ, ਇਹ ਜਿਹੜੀ ਸੋਚ ਨਹੀਂ ਸੀ। ਮੈਂ ਇੱਕੋ ਹੀ ਇੱਕ ਗੱਲ ਕਿ ਮੇਰੇ ਔਰ ਜ਼ਿੰਦਗੀ ਦੇ ਵਿੱਚ ਜੇ ਦੇਖਿਆ ਜਾਵੇ, ਜਦੋਂ ਮੇਰੀ ਨੋਮੀਨੇਸ਼ਨ ਹੋਈ ਸੀ ਮੇਰੀ ਬੇਟੀ ਨੇ 1 ਸਾਲ ਛੱਡ ਦਿੱਤਾ ਸੀ, ਕਹਿੰਦੀ ਮੈਨੂੰ ਇਹ ਇੰਪੋਰਟੈਂਟ ਨਹੀਂ, ਪਰ ਮੈਂ ਨੋਮੀਨੇਸ਼ਨ ਤੇਰੀ ਬਹਿ ਕੇ ਲੜਨੀ ਆ। ਔਰ ਮੇਰੀ ਬੇਟੀ ਨੇ ਪੂਰਾ ਉਸ ਵੇਲੇ ਨੋਮੀਨੇਸ਼ਨ ਜਿਹੜੀ ਸੀ ਨਾਲ ਟੀਮ ਦੇ ਬਹਿ ਕੇ ਲੜੀ। ਅੱਜ ਵੀ ਦੇਖੋ ਮੇਰੀ ਵਾਈਫ, ਮੇਰੇ ਬੱਚੇ, ਮੇਰੇ ਪੇਰੈਂਟਸ ਉਹ ਪਰਦੇ ਦੇ ਪਿੱਛੇ ਰਹਿ ਕੇ ਮੇਰੀ ਸਪੋਰਟ ਕਰਦੇ ਆ, ਕਦੇ ਪਰਦੇ ਦੇ ਮੂਹਰੇ ਨਹੀਂ ਆਏ। ਈਵਨ ਦੋ ਫੁੱਲੀ ਕੇਪੇਬਲ ਨੇ ਮੇਰੇ ਬੱਚੇ, ਜਿੱਥੇ ਜੇ ਸਮਾਜ ਦੇ ਵਿੱਚ ਜਾ ਕੇ ਉਹਨਾਂ ਨੇ ਅੱਗੇ ਵਧਣਾ। ਸੋ ਕਈ ਮੇਰੇ ਕ੍ਰਿਟਿਕ ਹੈਗੇ ਨੇ ਬਹੁਤ, ਜਿਹੜੇ ਮੇਰੇ ਬੱਚਿਆਂ 'ਤੇ ਅਟੈਕ ਕਰਦੇ ਆ। ਔਰ ਮੈਨੂੰ ਸ਼ਰਮ ਆਈ ਕੱਲ੍ਹ ਬੈਠਿਆਂ ਨੂੰ ਜਦੋਂ ਹਰਜੀਤ ਸਿੰਘ ਗਿੱਲ ਨੇ ਮੇਰੇ ਬੱਚਿਆਂ 'ਤੇ ਪਰਸਨਲ ਅਟੈਕ ਕੀਤਾ ਵੀ ਉਹਨਾਂ ਦੀ ਐਜੂਕੇਸ਼ਨ ਜਿਹੜੀ ਆ ਉਹ ਕਿੱਥੋਂ ਲਈ ਆ। ਉਹ ਅਸੀਂ ਡਰ ਕੇ ਨਹੀਂ ਕਹਿੰਦੇ ਕੁਛ, ਸਾਡੀ ਓਪਨ ਬੁੱਕ ਕਿਤਾਬ ਆ। ਮੇਰੇ ਬੱਚੇ ਜਿਹੜੇ ਨੇ ਉਹ ਡਾਈਵਰਸਿਟੀ 'ਚ ਵਿਸ਼ਵਾਸ ਰੱਖਦੇ ਆ। ਉਹ ਕਹਿੰਦੇ ਜੇ ਡੈਡ ਤੂੰ ਇੱਥੇ ਆ ਕੇ ਅੰਗਰੇਜ਼ੀ ਸਿੱਖ ਸਕਦਾ, ਤੂੰ ਵੀ ਤਾਂ ਕੈਨੇਡਾ ਆਇਆ ਸੀ, ਅਤੇ ਜੇ ਅਸੀਂ ਅੱਜ ਬਾਹਰਲੇ ਦੇਸ਼ਾਂ 'ਚ ਚਲੇ ਜਾਂਦੇ ਯੂਰਪ 'ਚ ਕੁਛ ਸਿੱਖਣ ਨੂੰ ਮਿਲਦਾ। ਤੁਸੀਂ ਬਹੁਤ ਵਧੀਆ ਕਿਹਾ ਕਿ ਵਿਦਆਊਟ ਜੋ ਫੈਮਿਲੀ ਦੇ ਸਹਿਯੋਗ ਦੇ ਨਾਲ ਕੋਈ ਵੀ ਕੰਮ ਕਰਨਾ ਔਖਾ ਹੋ ਜਾਂਦਾ। ਇਲੈਕਸ਼ਨ ਹੁਣ 21 ਅਕਤੂਬਰ ਨੂੰ ਸਿਰ ਦੇ ਉੱਪਰ ਹਨ ਬਿਲਕੁਲ, ਅਤੇ ਤੁਹਾਡੀ ਜਿਹੜੀ ਦਿਨ ਦੀ ਸ਼ੁਰੂਆਤ ਹੈ ਫਿਰ ਧਾਲੀਵਾਲ ਸਾਹਿਬ ਉਹ ਕਿੱਦਾਂ ਕਰਦੇ ਹੋ? ਮੀਟਿੰਗਸ ਬਿਲਕੁਲ ਕਿਸ ਤਰ੍ਹਾਂ ਮੀਟਿੰਗਸ ਬਣਾਉਂਦੇ ਹੋ ਪੂਰੀਆਂ ਵੀ ਕਿ ਕਿਹਨੂੰ ਮਿਲਣਾ ਵਾ, ਸਾਰਾ ਪੂਰੇ ਦਿਨ ਦਾ ਸਕੈਜੂਲ ਕਿੱਦਾਂ ਤਿਆਰ ਕਰਦੇ ਹੋ? ਦੇਖੋ 24/7 ਮੈਂ ਸੜਕ 'ਤੇ ਹਾਂ। ਇਹ ਮੇਰੀ ਕਿਉਂਕਿ ਮੈਂ ਘੱਟ ਤੋਂ ਘੱਟ ਟਾਈਮ ਜਿਹੜਾ ਸੌਣਾ, ਵੱਧ ਤੋਂ ਵੱਧ ਟਾਈਮ ਮੈਂ ਕਮਿਊਨਿਟੀ ਦੇ ਵਿੱਚ ਲਾਉਣਾ। ਕਈ ਲੋਕ ਕਹਿੰਦੇ ਹੋਣਗੇ ਵੀ ਜੀ ਸਾਨੂੰ ਤਾਂ ਵੀਕਐਂਡ 'ਤੇ ਪੈਸੇ ਨਹੀਂ ਮਿਲਦੇ, ਜੇ ਅਸੀਂ MP ਬਣ ਗਏ ਅਸੀਂ ਵੀਕਐਂਡ 'ਤੇ ਕਿਉਂ ਕੰਮ ਕਰੀਏ? ਪਰ ਮੈਂ ਇਹ ਕਹਿੰਦਾ ਵੀ ਮੈਂ ਫੁੱਲ ਕੰਮ ਜਿਹੜਾ ਪਾਰਲੀਮੈਂਟ ਦਾ ਆਟਵਾ ਦੇ ਵਿੱਚ ਠੋਕ ਵਜਾ ਕੇ ਕਰਦਾ, ਲੋਕਾਂ ਦੀ ਆਵਾਜ਼ ਵੀ ਉੱਥੇ ਲੈ ਕੇ ਜਾਂਦਾ, ਪਰ ਉਹਦੇ ਨਾਲ ਨਾਲ
ਮੈਂ ਇਹ 'ਚ ਪ੍ਰਾਊਡ ਮਹਿਸੂਸ ਕਰਦਾ ਕਿ ਲੋਕਾਂ ਨੇ ਮੈਨੂੰ ਆਪਣੇ ਪਰਿਵਾਰ ਦਾ ਅੰਗ ਬਣਾ ਲਿਆ ਔਰ ਲੋਕ ਜਿਹੜੇ ਨੇ ਉਹ ਮੇਰੀ ਫੈਮਿਲੀ ਆ, ਉਹ ਮੇਰੀ ਟੀਮ ਆ। ਜਦੋਂ ਉਹ ਮੇਰਾ ਪਰਿਵਾਰ ਆ, ਮੈਂ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਹਾਜ਼ਰ ਹੁੰਦਾ ਹਮੇਸ਼ਾ। ਕਈ ਹੁੰਦਾ ਕਿ MP ਜਿਹੜੇ ਨੇ ਖਾਸ ਕਰਕੇ ਆਪਣੀ ਪੰਜਾਬੀ ਨੇ ਤਾਂ ਪੰਜਾਬੀ ਕਮਿਊਨਿਟੀ ਨਾਲ ਜੁੜੇ ਰਹਿੰਦੇ। ਮੈਂ ਦੇਖਿਆ ਤੁਸੀਂ ਹਰ ਕਮਿਊਨਿਟੀ ਨੂੰ ਮਿਲਦੇ ਹੋ ਜਾ ਕੇ, ਚਾਹੇ ਉਹ ਮਸਜਿਦ ਹੋਵੇ, ਚਾਹੇ ਉਹ ਚਰਚ ਹੋਵੇ, ਚਾਹੇ ਗੁਰਦੁਆਰਾ ਸਾਹਿਬ ਹੋਣ। ਮੁਸਲਿਮ ਕਮਿਊਨਿਟੀ ਜੋ ਇੱਥੋਂ ਦੀ ਹੈਗੀ ਹੈ, ਪਾਕਿਸਤਾਨੀ ਕਮਿਊਨਿਟੀ, ਬੰਗਲਾਦੇਸ਼ੀ ਜਾਂ ਇੰਡੀਆ ਦੇ ਵੀ ਇੱਥੇ ਕਾਫੀ ਭਰਾ ਸਾਡੇ ਰਹਿੰਦੇ ਨੇ, ਮੁਸਲਿਮ ਭੈਣ ਭਰਾ, ਉਹਨਾਂ ਦੇ ਨਾਲ ਤੁਹਾਡਾ ਕਿੱਦਾਂ ਦਾ ਹੈਗਾ? ਉਹ ਬੜਾ ਵਧੀਆ ਤਾਲੁਕ ਹੈਗਾ, ਬਹੁਤ ਪਿਆਰ ਕਰਦੇ ਨੇ ਔਰ ਮੈਨੂੰ ਉਹ ਜੀ ਆਇਆਂ ਕਹਿੰਦੇ ਨੇ। ਔਰ ਉਹਨਾਂ ਦੇ ਇਸ਼ੂਜ਼ ਵੀ ਹੈ ਜਿਹੜੇ, ਜਦੋਂ ਵੀ ਉਹਨਾਂ ਦੇ ਇਸ਼ੂਜ਼ ਦੀ ਗੱਲ ਆਈ ਹੈਗੀ ਆ, ਉਹ ਇਸ਼ੂ ਜਿਹੜੇ ਨੇ ਮੈਂ ਹਮੇਸ਼ਾ ਪਾਰਲੀਮੈਂਟ ਦੇ ਵਿੱਚ ਜਿਹੜੇ ਆ ਉਹ ਲੈ ਕੇ ਗਿਆ ਬਰਾਬਰਤਾ ਦੇ ਆਧਾਰ 'ਤੇ। ਕਿਉਂਕਿ ਇੱਕ ਸੈਕੂਲਰ ਦੇਸ਼ ਹੈਗਾ ਇਹ। ਇਹਦੇ ਵਿੱਚ ਅਸੀਂ ਕੋਈ ਵੀ ਸਾਡਾ ਧਰਮ ਹੋਵੇ, ਕੋਈ ਵੀ ਸਾਡੀ ਸੈਕਸੁਅਲ ਓਰੀਐਂਟੇਸ਼ਨ ਹੋਵੇ, ਕੋਈ ਵੀ ਜਗ੍ਹਾ ਤੋਂ ਅਸੀਂ ਚੱਲ ਕੇ ਆਏ ਹੋਈਏ, ਸਾਡਾ ਸਾਰਿਆਂ ਦੇ ਅਧਿਕਾਰ ਜਿਹੜਾ ਹੈਗਾ ਉਹ ਬਰਾਬਰ ਹੈਗਾ। ਸਾਡੇ ਲਈ ਹਰ ਇੱਕ ਕੈਨੇਡੀਅਨ ਜਿਹੜਾ ਵਾ ਉਹ ਇਨਸਾਨ ਜਿਹੜਾ ਉਹ ਬਰਾਬਰ ਹੈ। ਬਿਲਕੁਲ। ਧਾਲੀਵਾਲ ਸਾਹਿਬ, ਤੁਸੀਂ ਜਿੱਦਾਂ ਕਿਹਾ ਕਿ ਤੁਹਾਡੀ ਸ਼ੁਰੂਆਤ ਜਦੋਂ ਪੋਲੀਟਿਕਸ ਦੀ ਹੋਈ ਤਾਂ ਪੌਲ ਮਾਰਟਨ ਸਾਹਿਬ ਪਹਿਲੀ ਵਾਰੀ ਪ੍ਰਧਾਨ ਮੰਤਰੀ ਉਦੋਂ ਬਣੇ, ਤਾਂ ਉਹਨਾਂ ਦੇ ਨਾਲ ਤੁਸੀਂ ਵੀ ਮੈਂਬਰ ਪਾਰਲੀਮੈਂਟ ਬਣੇ। ਕਿੱਦਾਂ ਦੇ ਤੁਹਾਡੇ ਰਿਲੇਸ਼ਨ ਰਹੇ? ਕਿ ਪੌਲ ਮਾਰਟਨ ਸਾਹਿਬ ਤੋਂ ਹੀ ਤੁਹਾਡਾ ਉਹਨਾਂ ਨਾਲ ਹੀ ਅੰਡਰਸਟੈਂਡਿੰਗ, ਜਾਂ ਉਹਨਾਂ ਤੋਂ ਪਹਿਲਾਂ ਜਿਹੜੇ ਪ੍ਰਧਾਨ ਮੰਤਰੀ ਰਹਿ ਚੁੱਕੇ ਉਹਨਾਂ ਨਾਲ ਵੀ ਤੁਹਾਡੀ ਬਹੁਤ ਵਧੀਆ ਲਿੰਕ ਸੀ? ਦੇਖੋ, ਜਿੱਥੇ ਜੌਨ ਕੈਟਰੀਅਨ ਹੈਗੇ, ਜਦੋਂ ਲੀਡਰ ਬਣੇ, ਮੈਂ 1993 ਤੋਂ ਲੈ ਕੇ ਜਿਹੜਾ ਵੀ ਇਲੈਕਸ਼ਨ ਆਏ ਉਹਨਾਂ ਦੇ ਵਿੱਚ ਐਕਟਿਵਲੀ ਸਪੋਰਟ ਕੀਤੀ। ਹਰਬ ਧਾਲੀਵਾਲ ਸੀ, ਉਹਨਾਂ ਦੀ ਮੈਂ ਪੂਰੀ ਸਪੋਰਟ ਕਰਦਾ ਰਿਹਾ। ਅੱਜ ਉਹੀ ਭੈਣ, ਉਹਨਾਂ ਦੀ ਜਿਹੜੀ ਸਿਸਟਰ ਆ ਬੈਬ ਧਾਲੀਵਾਲ, ਉਹ ਬੈਠੇ ਨੇ ਆਫਿਸ ਦੇ ਵਿੱਚ, ਉਹ ਇੱਥੇ ਬੈਠ ਕੇ ਕੈਂਪੇਨ ਰਨ ਕਰ ਰਹੇ ਆ। ਔਰ ਉਸ ਸਮੇਂ ਤੋਂ ਮੇਰਾ ਰਿਲੇਸ਼ਨਸ਼ਿਪ ਹੈ। ਸਮੇਂ ਮੁਤਾਬਕ ਲੀਡਰ ਬਦਲਦੇ ਰਹੇ, ਚਾਹੇ ਜੌਨ ਕੈਟਰੀਅਨ ਸੀਗੇ, ਉਸ ਤੋਂ ਬਾਅਦ ਚਾਹੇ ਸਾਡੇ ਪੌਲ ਮਾਰਟਨ ਆਏ, ਚਾਹੇ ਸਟੈਫਨ ਡਿਓਨ ਆਏ, ਚਾਹੇ ਇਗਨੈਟਿਵ ਆਏ, ਅਤੇ ਚਾਹੇ ਹੁਣ ਸਾਡੇ ਜਸਟਿਨ ਟਰੂਡੋ ਨੇ ਜਾਂ ਬੌਬ ਰੇਸੀ ਇਨ ਬਿਟਵੀਨ। ਮੈਂ ਹਮੇਸ਼ਾ ਕੋਸ਼ਿਸ਼ ਕੀਤੀ, ਕਿਉਂਕਿ ਮੈਂ ਪਾਰਟੀ ਦਾ ਜਿਹੜਾ ਵਫਾਦਾਰ ਸਿਪਾਹੀ ਹਾਂ। ਲੀਡਰਸ਼ਿਪ ਜਿਹੜੀ ਆ ਉਹ ਚੇਂਜ ਹੁੰਦੀ ਰਹੂ, ਪਰ ਜਿਹੜੀ ਸੋਚ ਆ ਪਾਰਟੀ ਦੀ ਉਹ ਨਹੀਂ ਚੇਂਜ ਹੋਈ, ਅਤੇ ਮੇਰੀ ਆਪਣੀ ਸੋਚ ਆ ਜਿਹੜੀ ਉਹ ਨਹੀਂ ਚੇਂਜ ਹੋਈ। ਇਹ ਨਹੀਂ ਹੈਗਾ ਵੀ ਇੱਕ ਇਲੈਕਸ਼ਨ ਦੇ ਵਿੱਚ ਤੁਸੀਂ ਕੰਜ਼ਰਵੇਟਿਵ ਪਾਰਟੀ ਦੇ ਕੈਂਡੀਡੇਟ ਦੇ ਨਾਲ ਕਹਿੰਦੇ ਹੋ ਵੀ ਅਸੀਂ ਕੰਜ਼ਰਵੇਟਿਵ ਵੈਲਿਊਜ਼ ਆ ਉਹਨੂੰ ਜਿਤਾ ਕੇ ਛੱਡਣਾ, ਅਤੇ ਅਖੀਰਲੇ ਦਿਨ ਤੁਸੀਂ ਲਿਬਰਲ ਵਾਲੇ ਕੈਂਡੀਡੇਟ ਦੇ ਨਾਲ ਰਲ ਜਾਓ ਆ ਕੇ, ਅਤੇ ਫਿਰ NDP ਵੱਲੋਂ ਆਪ ਇਲੈਕਸ਼ਨ ਲੜਨ ਲੱਗ ਜਾਓ। ਸੋ ਇਹੋ ਜਿਹੀ ਸੋਚ ਦੇ ਮਾਲਕ ਜਿਹੜੇ ਨੇ ਉਹਨਾਂ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ। ਮੈਂ ਕਹਿੰਦਾ ਉਹ ਦੱਸਣ ਜਾ ਕੇ ਆਪਦਾ ਪਿਛੋਕੜ ਵੀ ਹਾਂ ਜੀ ਅਸੀਂ ਕੰਜ਼ਰਵੇਟਿਵ ਪਾਰਟੀ ਦੀ ਮਦਦ ਕੀਤੀ ਸੀ ਫਲਾਣੇ ਥਾਂ 'ਤੇ, ਲਾਸਟ ਦਿਨ 'ਤੇ ਆ ਕੇ ਅਸੀਂ ਲਿਬਰਲ ਦੀ ਕੀਤੀ ਸੀ, ਅਤੇ ਹੁਣ ਅਸੀਂ ਕਿਉਂਕਿ ਅਪਰਚੂਨਿਟਿਸਟ ਹਾਂ, ਹੁਣ ਅਸੀਂ NDP ਜਾ ਵੜੇ। ਸੋ ਇਹ ਜਿਹੜੀ ਚੀਜ਼ ਸਾਡੇ ਲਈ, ਸਾਡੇ ਬੱਚਿਆਂ ਲਈ ਇਹ ਮਾੜਾ ਜਿਹੜਾ ਵਾ ਉਹ ਸਿੱਧ ਕਰਦਾ। ਹਾਂ, ਚੱਲੇ ਰਹੋ ਤੁਸੀਂ, ਪਾਰਟੀ ਦੇ ਪਲੇਟਫਾਰਮ 'ਤੇ ਚੱਲਦੇ ਆ, ਉਹਦੇ ਵਿੱਚ ਉਤਰਾਅ ਚੜ੍ਹਾਅ ਆਉਂਦੇ ਆ। ਜ਼ਰੂਰੀ ਤਾਂ ਨਹੀਂ ਵੀ ਜਿੱਤਣ ਨੂੰ ਹੀ ਅਗਲਾ ਇਲੈਕਸ਼ਨ ਲੜਦਾ। ਤੁਸੀਂ ਡਿਫਰੈਂਸ ਮੇਕ ਕਰਨ ਨੂੰ ਤੁਸੀਂ ਆਪਣੀ ਸੋਚ ਨੂੰ ਲੈ ਕੇ ਇਲੈਕਸ਼ਨ ਲੜਦੇ ਹੋ, ਔਰ ਉਹ ਸੋਚ ਨੂੰ ਲੈ ਕੇ ਮੈਂ ਇਲੈਕਸ਼ਨ ਲੜਿਆ 1986 ਤੋਂ ਲੈ ਕੇ। ਫਿਰ ਮੈਂ ਦੱਸ ਦੇਣਾ ਚਾਹੁੰਦਾ 2019 ਤੱਕ ਅੱਜ ਲਿਬਰਲੀ ਜਿਹੜਾ ਵਾ ਹੋ ਰਿਹਾ। ਮੈਂ ਕਿਹਾ ਇਹੋ ਕਾਰਨ ਸੀਗਾ ਕਿ ਹੁਣ ਵੀ ਫਾਰਮਰ ਪ੍ਰਾਈਮ ਮਿਨਿਸਟਰ ਇੱਥੇ ਤੁਹਾਡੀ ਸਰੀ ਨਿਊਟਨ ਦੇ ਵਿੱਚ ਲੋਕਾਂ ਨੂੰ ਮਿਲਣ ਲਈ ਪਹੁੰਚੇ ਖਾਸ ਤੌਰ 'ਤੇ? ਦੇਖੋ, ਨੈਚੁਰਲੀ ਹੈ, ਕਿਉਂਕਿ ਫਾਰਮਰ ਪ੍ਰਾਈਮ ਮਿਨਿਸਟਰ ਜੌਨ ਕੈਟਰੀਅਨ ਜਿਹੜੇ ਨੇ ਇਹ ਇੱਕ ਜਿਹੜੇ ਨੇ ਥੰਮ ਰਹੇ ਆ। ਜੇ ਅਸੀਂ ਦੇਖਦੇ ਹੈਗੇ ਆ, ਸਾਡੀ ਮੈਜੋਰਟੀ ਆਫ ਜਿਹੜੀਆਂ ਸਾਡੀਆਂ ਐਥਨਿਕ ਕਮਿਊਨਿਟੀਜ਼ ਨੇ, ਸਾਊਥ ਏਸ਼ੀਅਨ ਕਮਿਊਨਿਟੀ ਨੇ ਤਰੱਕੀ ਕੀਤੀ ਹੈਗੀ ਆ, ਉਹ ਇੱਥੋਂ ਦੇ ਮਲਟੀਕਲਚਰਲਿਜ਼ਮ ਕਰਕੇ, ਇੱਥੋਂ ਦੇ ਹੈਲਥ ਕੇਅਰ ਸਿਸਟਮ ਕਰਕੇ, ਔਰ ਇੱਥੋਂ ਦੇ ਚਾਰਟਰ ਆਫ ਰਾਈਟਸ ਐਂਡ ਫਰੀडम ਜਿਹੜੀ ਬਰਾਬਰਤਾ ਦਿੱਤੀ ਉਹਦੇ ਕਰਕੇ। ਉਹ ਲਿਬਰਲ ਪ੍ਰਧਾਨ ਮੰਤਰੀ ਦੀ ਦੇਣ ਆ, ਔਰ ਉਹਦੇ ਵਿੱਚ ਜਿਹੜੇ ਜੌਨ ਕੈਟਰੀਅਨ ਆ ਇੱਕ ਵੱਡੇ ਥੰਮ ਗਿਣੇ ਜਾਂਦੇ ਆ। ਸੋ ਉਹ ਜਦੋਂ ਕੱਲ੍ਹ ਆਏ ਸੀਗੇ ਅਤੇ ਉਹਦੇ ਨਾਲ ਜਿਹੜਾ ਹੈ ਬੜਾ ਹੌਸਲਾ, 85 ਸਾਲ ਦੀ ਉਮਰ ਦੇ ਵਿੱਚ ਜੇ ਕੋਈ ਸਰੀ ਨਿਊਟਨ ਦੇ ਵਿੱਚ ਸਰੀ ਦੇ ਸਾਡੇ ਕੈਂਡੀਡੇਟਸ ਲਈ ਇੱਥੇ ਆ ਰਹੇ ਨੇ ਉਹ ਕੈਂਪੇਨ ਕਰਨ ਵਾਸਤੇ, ਇੱਕ ਸਾਡੇ ਲਈ ਬੜੀ ਵੱਡਾ ਮਾਣ ਹੈ। ਮੇਰੇ ਖਿਆਲ 'ਚ ਧਾਲੀਵਾਲ ਸਾਹਿਬ, ਜਸਟਿਨ ਟਰੂਡੋ ਜੋ ਕਿ ਲਿਬਰਲ ਪਾਰਟੀ ਦੇ ਲੀਡਰ ਨੇ ਹੁਣ, ਉਹਨਾਂ ਨੂੰ ਤਾਂ ਤੁਸੀਂ ਬਹੁਤ ਬਚਪਨ ਤੋਂ ਜਾਣਦੇ ਹੋਗੇ, ਜਦੋਂ ਬਹੁਤ ਛੋਟੇ ਹੋਣਗੇ। ਦੇਖੋ, ਜਸਟਿਨ ਟਰੂਡੋ ਉਹਨਾਂ ਨੂੰ ਬਹੁਤ ਲੰਮੇ ਸਮੇਂ ਤੋਂ ਮੈਂ ਜਾਣਦਾ ਹੈਗਾ। ਜਦੋਂ ਨਹੀਂ ਵੀ ਸੀ ਇਲੈਕਟ ਹੋਏ ਉਦੋਂ ਤੋਂ ਵੀ ਪਿਆਰ ਸੀ, ਪਰ ਜਦੋਂ ਅਸੀਂ ਇਲੈਕਟ ਹੋਏ ਹਾਂ, ਮੈਂ ਪਹਿਲਾਂ ਇਲੈਕਟ ਹੋਇਆ, ਬਾਅਦ 'ਚ ਹੋਏ ਜਸਟਿਨ, ਅਸੀਂ ਪਾਰਲੀਮੈਂਟ ਦੇ ਵਿੱਚ ਇੱਕੋ ਹੀ ਟੇਬਲ ਦੇ ਉੱਤੇ ਬਹਿੰਦੇ ਸੀ
ਸ਼ੇਅਰ ਕਰਦੇ ਸੀ, ਅਸੀਂ ਦੋ ਜਾਣੇ MP ਜਿਹੜੇ ਟੇਬਲ ਸ਼ੇਅਰ ਕਰਦੇ ਆ। ਮੈਂ ਇਹਨਾਂ ਨੂੰ ਨੇੜਿਓਂ ਹੋ ਕੇ ਦੇਖਿਆ। ਉਸ ਵੇਲੇ ਵੀ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਜਿਹੜੀ ਸੀਗੀ ਹਾਰਪਰ ਉਹਨਾਂ ਨੂੰ ਇੰਨੀ ਲੋਕਾਂ ਦੀ ਲਾਈਨ ਨਹੀਂ ਸੀ ਹੁੰਦੀ ਜਿੰਨੀ ਜਸਟਨ ਟਰੂਡੋ ਉਹਨਾਂ ਨੂੰ। ਔਰ ਇਹ ਕੀ ਕਰਦੇ ਸੀਗੇ, ਹਮੇਸ਼ਾ ਗੱਲ ਬੱਕੜੀ ਪਾਉਂਦੇ ਸੀ। ਇਹਨਾਂ ਨੂੰ ਇੱਕ ਚੀਜ਼ ਮੈਂ ਦੇਖੀ ਆ, ਕੋਈ ਵੀ ਇਨਸਾਨ ਚੱਲ ਕੇ ਆਵੇ, ਮਿਨੋਰਟੀ ਤੋਂ ਬੜੇ ਆਉਂਦੇ ਸੀ, ਬੜੀ ਵੱਡੀ ਗਿਣਤੀ ਦੇ ਵਿੱਚ ਮੈਂ ਸਿੱਖ, ਹਿੰਦੂ, ਮੁਸਲਿਮ, ਈਸਾਈ ਸਾਰੇ ਜਿਹੜੇ ਚੱਲ ਕੇ ਆਏ, ਜਿਹੜਾ ਵੀ ਉਹਨਾਂ ਨੂੰ ਮਿਲਣਾ ਚਾਹੁੰਦਾ ਸੀ ਨਾ, ਉਹਦੇ ਵਿੱਚ ਬਹੁਤ ਸਾਰੇ ਤੁਹਾਡੇ ਜਿਹੜੇ ਨੇ ਵਿਊਅਰਸ ਨੇ PTC ਦੇ, ਉਹ ਮੇਰੇ ਨਾਲ ਸਹਿਮਤ ਹੋਣਗੇ ਕਿ ਜਿਉਂ ਜਾ ਕੇ ਗੱਲ ਬੱਕੜੀ ਪਾਉਂਦੇ, ਐਂ ਲੱਗਦਾ ਹੀ ਨਹੀਂਗਾ ਕਿ ਜਸਟਨ ਟਰੂਡੋ ਨਾਲ ਉਹ ਕਿਸੇ ਨੂੰ ਪਹਿਲੀ ਵਾਰ ਮਿਲੇ ਹੋਣਗੇ। ਐਂ ਲੱਗਦਾ ਵੀ ਇਹ ਤਾਂ ਬਹੁਤ ਦੇਰ ਤੋਂ ਉਹਨਾਂ ਦਾ ਪਿਆਰ ਹੈਗਾ। ਸੋ ਇਹ ਜਸਟਨ ਟਰੂਡੋ ਉਹਨਾਂ ਦੀ ਖਾਸੀਅਤ ਹੈਗੀ ਆ ਵੀ ਜਿਹੜੀ ਬਰਾਬਰਤਾ, ਆਪਾਂ ਚਾਰਟਰ ਆਫ ਰਾਈਟਸ ਐਂਡ ਫਰੀडम ਦੀ ਗੱਲ ਕੀਤੀ, ਜਿਹੜੀ ਇਨਸ਼ਰਾਈਨ ਕਰਕੇ ਗਏ ਸਾਡੇ ਕਨਸਟੀਟਿਊਸ਼ਨ 'ਚ, ਉਹਦੇ ਅੱਜ ਵੀ ਇਹ ਵਫਾਦਾਰ ਨੇ। ਔਰ ਅੱਜ ਵੀ ਡਾਇਵਰਸਿਟੀ 'ਚ ਵਿਸ਼ਵਾਸ ਰੱਖਦੇ ਹੋਏ, ਜਿੱਥੇ ਇਹਨਾਂ ਨੇ ਬਰਾਬਰ ਦੇ ਔਰਤਾਂ ਨੂੰ ਜਿਹੜੀਆਂ ਨੇ ਪਦਵੀਆਂ ਦਿੱਤੀਆਂ ਆਪਣੀ ਕੈਬਨਿਟ ਦੇ ਵਿੱਚ, ਉਹਦੇ ਨਾਲ ਹੀ ਇਹਨਾਂ ਨੇ ਜਿਹੜਾ ਹੈ ਵਿਜ਼ੀਬਲ ਮਿਨੋਰਟੀ ਜਿਹੜੀਆਂ ਨੇ ਉਹਨਾਂ ਨੂੰ ਵੀ ਜਿਹੜੀਆਂ ਨੇ ਪਦਵੀਆਂ ਦੇ ਕੇ ਜਿਹੜਾ ਹੈ ਐਕਸ਼ਨ ਤੌਰ ਤੇ ਜਿਹੜਾ ਹੈ ਕੈਨੇਡਾ ਨੂੰ, ਜੋ ਕੈਨੇਡਾ ਦੀ ਦਿੱਖ ਹੈਗੀ ਡਾਈਵਰਸ, ਉਹੀ ਡਾਈਵਰਸ ਕੈਬਨਿਟ ਜਿਹੜੀ ਹੈ ਇਹਨੇ ਸਿਰਜਣਾ ਕੀਤੀ। ਮੇਰੇ ਖਿਆਲ 'ਚ ਕੋਈ ਐਸਾ ਘਰ ਹੋਏਗਾ ਜਿੱਥੇ ਜਸਟਨ ਟਰੂਡੋ ਹੋਣਾ ਦੀ ਕਿਹਾ ਜਾਂਦਾ ਕਿ ਫੋਟੋ ਨਾ ਲੱਗੀ ਹੋ। ਨਹੀਂ, ਫਿਰ ਦੇਖੋ ਦੋ ਗੱਲਾਂ ਇਹ ਹੈ ਨਾ, ਕਿਉਂਕਿ ਮਿਲਣਸਾਰ ਨੇ, ਜਿਹੜਾ ਵੀ ਇਨਸਾਨ ਉਹਨਾਂ ਨੂੰ ਮਿਲਦਾ ਉਹ ਭੱਜ ਕੇ ਗੱਲ ਬੱਕੜੀ ਪਾਉਂਦੇ ਆ। ਐਂਡਰੂ ਸ਼ੀਅਰ ਹੋਣੀ ਜਿਹੜੇ ਨੇ, ਉਹਨਾਂ ਦੇ ਫੰਕਸ਼ਨਾਂ ਦੇ ਵਿੱਚ ਮੈਨੂੰ ਆਪ ਆ ਕੇ ਕੰਜ਼ਰਵੇਟਿਵ ਦੱਸਦੇ ਆ ਵੀ ਉਹ ਗੱਲ ਨਹੀਂ ਬਣਦੀ, ਕਿਉਂਕਿ ਜਿਹੜਾ ਕ੍ਰਿਜ਼ਮੈਟਿਕ ਲੀਡਰ ਹੈਗਾ, ਲੋਕਾਂ ਨੂੰ ਪਿਆਰ ਕਰਨ ਵਾਲਾ ਲੀਡਰ ਹੈਗਾ, ਉਹ ਜਸਟਨ ਟਰੂਡੋ। ਪੋਲਿਟਿਕਸ ਦੇ ਵਿੱਚ ਤੁਸੀਂ ਉਹਨਾਂ ਤੋਂ ਜ਼ਿਆਦਾ ਸੀਨੀਅਰ ਕਹਿ ਸਕਦੇ ਹੋ ਕਿ ਚਾਹੇ ਉਹ ਤੁਹਾਡੇ ਲੀਡਰ ਨੇ, ਲੰਬੇ ਸਮੇਂ ਤੋਂ ਤੁਸੀਂ ਪੋਲਿਟਿਕਸ ਦੇ ਵਿੱਚ ਉਹ ਨਵੇਂ ਨੇ। ਮੇਰੇ ਖਿਆਲ ਇਹੋ ਕਾਰਨ ਹੋਏਗਾ ਕਿ ਜਦੋਂ ਬੀਇੰਗ ਆ ਲੀਡਰ ਚੁਣੇ ਗਏ ਤਾਂ ਲੋਕਾਂ ਦੇ ਵਿੱਚ ਇਹ ਸੀਗਾ ਕਿ ਬੜੇ ਯੰਗ ਨੇ, ਪਤਾ ਨਹੀਂ ਇਹ ਸਾਂਭ ਸਕਣਗੇ ਕਿ ਪ੍ਰਾਈਮ ਮਿਨਿਸਟਰ ਦਾ ਜਿਹੜਾ ਅਹੁਦਾ ਵਾ ਉਹਨਾਂ ਦੇ ਲਈ ਹਜੇ ਨਹੀਂ ਹੈਗਾ। ਪਰ ਤੁਸੀਂ ਕੀ ਸਮਝਦੇ ਹੋ ਵੀ ਕਿੱਦਾਂ ਦਾ ਉਹਨਾਂ ਦਾ ਓਵਰਆਲ ਕਰੋ 4 ਸਾਲ ਦਾ ਜਿਹੜਾ ਸਫ਼ਰ ਕਿੱਦਾਂ ਦਾ ਰਿਹਾ? ਦੇਖੋ, ਬੜਾ ਵਧੀਆ। ਪਹਿਲੀ ਗੱਲ ਤਾਂ ਇਹ ਆ ਕਿ ਜਿਹੜੀ ਉਹਨਾਂ ਨੇ ਪਾਲਿਸੀਜ਼ ਇੱਥੋਂ ਅਸੀਂ ਮਿਥ ਕੇ ਗਏ ਸੀ ਕਿ ਉਹ ਡਿਲੀਵਰ ਕੀਤੀਆਂ ਕਿ ਨਹੀਂ ਕੀਤੀਆਂ, ਉਹ ਉਹਨਾਂ ਨੇ ਕੀਤੀਆਂ। ਉਹਦੇ ਵਿੱਚ ਪਹਿਲਾਂ ਟੈਕਸ ਕੱਟ ਕਰਨੇ ਸਮਾਲ ਬਿਜ਼ਨਸ ਲੋਕਾਂ ਦੇ, ਆਰਡੀਨਰੀ ਵਰਕਿੰਗ ਕਲਾਸ ਫੈਮਲੀਜ਼ ਦੇ, ਉਹਨਾਂ ਨੇ ਜਾਂਦੇ ਹੀ C1 ਬਿੱਲ ਰੱਖਿਆ, ਠੀਕ ਹੈ ਨਾ। ਉਸ ਤੋਂ ਬਾਅਦ ਬਿੱਲ ਸੀਗਾ ਕਿ ਅਸੀਂ ਕੈਨੇਡਾ ਚਾਈਲਡ ਬੈਨੀਫਿਟ ਲਿਆਵਾਂਗੇ ਜਿਹੜਾ ਆਮ ਸਧਾਰਨ ਲੋਕਾਂ ਦੀ ਮਦਦ ਕਰੇਗਾ। ਉਹ ਲਿਆਂਦਾ। ਕੰਜ਼ਰਵੇਟਿਵ ਜਿਹੜੇ ਸੀ ਉਹ ਤਾਂ ਮਲਟੀ ਮਿਲੀਅਨਰ ਲੋਕ, ਬਿਲੀਅਨਰਾਂ ਨੂੰ ਵੀ ਚੈੱਕ ਦੇਈ ਜਾਂਦੇ, ਪਰ ਉਹਨਾਂ 'ਤੇ ਟੈਕਸ ਪੇ ਕਰਦੇ ਸੀ ਆਮ ਆਰਡੀਨਰੀ ਇਨਸਾਨ। ਉਹ ਉਹਨਾਂ ਨੇ ਅਸੀਂ ਪਾਲਿਸੀ ਲੈ ਕੇ ਆਂਦੀ, $8 ਮਿਲੀਅਨ ਇਕੱਲਾ ਸਰੀ 'ਚ ਐਵਰੀ ਮੰਥ ਜਿਹੜਾ ਉਹ ਆ ਰਿਹਾ ਵਾ ਕੈਨੇਡਾ ਚਾਈਲਡ ਬੈਨੀਫਿਟ ਦਾ। ਨਹੀਂ, 14,000 ਫੈਮਲੀਜ਼ ਆ ਜਿਨ੍ਹਾਂ ਦੀ ਉਹ ਮਦਦ ਹੋਈ ਆ। ਮੇਰੀ ਇਕੱਲੀ ਕੰਸਟੀਟੂਐਂਸੀ 338 ਹੋਰ ਕੰਸਟੀਟੂਐਂਸੀ ਨੇ। ਉਸ ਤੋਂ ਬਾਅਦ ਸਮਾਲ ਬਿਜ਼ਨਸ ਜਿਹੜੇ ਬੈਕਬੋਨ ਨੇ ਐਵਰੀ ਕਮਿਊਨਿਟੀ ਦੇ, ਉਹਦੀ ਟੈਕਸ ਦੀ ਰੇਟ 9% 'ਤੇ ਲੈ ਕੇ ਆ ਗਏ। ਐਨਵਾਇਰਨਮੈਂਟ ਦੇ ਉੱਤੇ ਜਿਹੜੇ ਨੇ ਜਿਹੜਾ ਵਾ ਪੈਰਿਸ ਕੋਡ ਹੋਇਆ, ਉਹਨੂੰ ਮੀਟ ਔਰ ਐਕਸੀਡ ਕਰਨਗੇ। ਓਸ਼ਨ ਸਾਡੇ ਹੈਗੇ ਆ, ਉਹਨੂੰ ਪ੍ਰੋਟੈਕਸ਼ਨ ਪਲਾਨ ਦੀ ਗੱਲ ਆਉਂਦੀ, $1.5 ਬਿਲੀਅਨ ਉੱਥੇ ਪਾਏ। ਕਰੰਬਲਿੰਗ ਇਨਫਰਾਸਟਰਕਚਰ ਆ ਇਸ ਵੇਲੇ ਸਿਟੀਜ਼ ਦਾ, $125 ਬਿਲੀਅਨ ਇਨਵੈਸਟ ਕੀਤੇ ਇਨਫਰਾਸਟਰਕਚਰ ਦੇ ਵਿੱਚ, ਜਿਹਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਮਾਤਰਾ 'ਚ ਉਹ ਸਰੀ ਦੇ ਵਿੱਚ ਆਏ। $1.6 ਬਿਲੀਅਨ ਜਿਹੜੇ ਨੇ ਟ੍ਰੇਨ ਨੂੰ ਇੱਥੇ ਆਏ। ਤੁਹਾਡੀ ਰਾਏ ਜਾਣਨਾ ਚਾਹਾਂਗਾ, ਧਾਲੀਵਾਲ ਸਾਹਿਬ ਜਦ ਟਰੂਡੋ ਸਾਹਿਬ ਦੇ ਉਹ ਪ੍ਰਾਈਮ ਮਿਨਿਸਟਰ ਬਣੇ ਤੇ ਜਿਹੜਾ ਉਹਨਾਂ ਦਾ ਇੰਡੀਆ ਦਾ ਦੌਰਾ ਰਿਹਾ ਉਹ ਥੋੜ੍ਹਾ ਜਿਹਾ ਫਿੱਕਾ ਰਿਹਾ, ਤੁਸੀਂ ਉਹਦੇ 'ਤੇ ਕੀ ਕਹਿਣਾ ਚਾਹੋਗੇ? ਪਰਸਨਲੀ ਤੁਹਾਡੇ ਕੀ ਵਿਊ ਹੈ? ਦੇਖੋ, ਮੈਂ ਉਹਨਾਂ ਦਾ ਦੌਰਾ ਦੇਖਿਆ ਪੰਜਾਬ 'ਚ, ਕਿਉਂਕਿ ਮੈਂ ਉਹਨਾਂ ਨੂੰ ਪੰਜਾਬ 'ਚ ਮਿਲਿਆ। ਉੱਥੇ ਜਿਹੜਾ ਬਾਕੀ ਫੰਕਸ਼ਨਾਂ 'ਤੇ ਨਹੀਂ ਸੀ ਮੈਂ ਗਿਆ, ਉਸ ਤੋਂ ਪਹਿਲਾਂ ਜਿਹੜੇ ਬੰਬੇ ਹੋਏ ਜਾਂ ਹੋਰ ਜਿੱਥੇ। ਪਰ ਮੈਂ ਇੱਕ ਚੀਜ਼ ਦੱਸ ਸਕਦਾ ਕਿ ਪੰਜਾਬ ਦੇ ਵਿੱਚ ਮੈਂ ਕਿਉਂਕਿ ਗਿਆ ਹੋਇਆ ਸੀ, ਉੱਥੇ ਮੈਂ ਪ੍ਰਧਾਨ ਮੰਤਰੀ ਸਾਡੇ ਗਏ ਸੀ, ਇਹਨਾਂ ਨੂੰ ਮੈਂ ਜੀ ਆਇਆਂ ਕਹਿਣਾ ਸੀ। ਉੱਥੇ ਪੈਰ ਧਰਨ ਨੂੰ ਜਗ੍ਹਾ ਨਹੀਂ ਸੀ ਮਿਲਦੀ ਦਰਬਾਰ ਸਾਹਿਬ, ਔਰ ਲੋਕ ਭੱਜ ਕੇ ਉਹਨਾਂ ਨੂੰ ਪਿਆਰ ਕਰਦੇ। ਪੰਜਾਬ ਦੇ ਲੋਕਾਂ ਨੇ ਜਸਟਨ ਟਰੂਡੋ ਉਹਨਾਂ ਨੂੰ ਇੰਨਾ ਪਿਆਰ ਦਿੱਤਾ, ਮੈਂ ਇਹ ਕਹਿਣਾ ਕਿ ਕਦੇ ਵੀ ਨਾ ਜਸਟਨ ਟਰੂਡੋ ਭੁੱਲਣਗੇ ਨਾ ਅਸੀਂ ਭੁੱਲਾਂਗੇ। ਨਹੀਂ, ਬਿਲਕੁਲ PTC ਨੇ ਵੀ ਈਵਨ ਲਾਈਵ ਦਰਬਾਰ ਸਾਹਿਬ ਤੋਂ ਵੀ ਕਵਰੇਜ ਕੀਤੀ ਸੀਗੀ ਟਰੂਡੋ ਸਾਹਿਬ ਦੀ, ਔਰ ਓਵਰਆਲ ਪੂਰੇ ਪੰਜਾਬ ਤੋਂ ਕਵਰੇਜ ਕੀਤੀ। ਪਰ ਕੀ ਕਾਰਨ ਹੈ ਕਿ ਦਿੱਲੀ ਵਾਲੇ ਪਾਸੇ ਜਾਂ ਉਸ ਸਾਈਡ ਵੱਲ ਉਹਨਾਂ ਨੂੰ ਉਹਨਾਂ ਭਰਵਾਂ ਹੁੰਗਾਰਾ ਨਹੀਂ ਮਿਲਿਆ ਜੋ ਕਿ ਮਿਲਣਾ ਚਾਹੀਦਾ ਸੀ? ਦੇਖੋ, 100 ਮਿਸਅੰਡਰਸਟੈਂਡਿੰਗ ਹੁੰਦੀ ਹੈ, ਕਿਉਂਕਿ ਲੀਡਰ ਜਿਹੜਾ ਹੈ ਉਹ ਲੰਮੇ ਸਮੇਂ ਲਈ ਉੱਥੇ ਗਏ,
ठीक है ना, क्योंकि जे कैनेडा एक डाइवर्स देश आ, इंडिया भी एक बड़ा डाइवर्स देश हैगा। उत्थे उन्होंने मंदिर भी जाना सी, उन्होंने मस्जिद भी जाना सी, उन्होंने चर्च भी जाना सी, उन्होंने बॉम्बे ਜਿਹੜੀ ਆ ਹੱਬ ਉੱਥੇ ਵੀ ਜਾਣਾ ਸੀ, ਉਹਨਾਂ ਦਿੱਲੀ ਵੀ ਜਾਣਾ ਸੀ, ਉਹਨਾਂ ਆਗਰੇ ਵੀ ਜਾਣਾ ਸੀ। ਉਹ ਜਦੋਂ ਇਹ ਸਾਰੀ ਚੀਜ਼ ਨੂੰ ਦੇਖਦੇ ਹੈਗੇ ਆ, ਉਹਦੇ ਵਿੱਚ ਕੁਛ ਕੁ ਲੋਕਾਂ ਨੇ, ਕਿਉਂ ਕੰਜ਼ਰਵੇਟਿਵ ਪਾਰਟੀ ਕੋਲ ਏਜੰਡਾ ਤਾਂ ਕੋਈ ਹੈ ਨਹੀਂਗਾ, ਉਹ ਤਾਂ ਕੋਈ ਮਾੜੀ ਮੋਟੀ ਚੀਜ਼ ਭਾਲਦੇ ਆ ਵੀ ਅਸੀਂ ਉਹਨੂੰ ਲੈ ਕੇ ਜਿਹੜੀ ਆ ਉਹ ਗੁੱਡੀ ਘਮਾਈ ਚੱਲੀਏ, ਠੀਕ ਹੈ ਨਾ। ਉਹਨਾਂ ਨੇ ਇਹਨੂੰ ਗਲਤ ਤਰੀਕੇ ਨਾਲ ਲਿਆ। ਇੱਥੇ ਵੀ ਤਾਂ ਮੈਂ ਦੇਖਿਆ ਹੀ ਆ, ਜਦੋਂ ਜਸਟਿਨ ਟਰੂਡੋ ਨੇ ਉਹ ਜਿਹੜਾ ਵਾ ਪਾ ਕੇ ਕੁੜਤਾ ਪਜਾਮਾ, ਇੱਥੇ ਵੀ ਨਗਰ ਕੀਰਤਨ ਸ਼ਾਮਲ ਹੋ ਜਾਂਦੇ ਨੇ। ਉਹ ਜੇ ਉੱਥੇ ਪਾ ਲਿਆ ਕੋਈ ਡਿਫਰੈਂਟ ਨਹੀਂ ਕੀਤਾ, ਪਰ ਇਹ ਸੀ ਵੀ ਜਿਹੜੀ ਸੋਚ ਸੀ ਕੰਜ਼ਰਵੇਟਿਵ ਪਾਰਟੀ ਦੀ, ਉਹ ਕਿਸੇ ਤਰੀਕੇ ਨਾਲ ਉਹ ਚਾਬੀ ਲਾਉਣੀ ਚਾਹੁੰਦੇ ਸੀ, ਉਹ ਲਾਈ। ਪਰ ਓਵਰਆਲ ਮੈਂ ਕਹਿ ਸਕਦਾ ਕਿ ਕਿੰਨੇ $3 ਬਿਲੀਅਨ ਦੇ MOU ਸਾਈਨ ਕਰਕੇ ਆਏ ਸੀ। ਉਹਦਾ ਫਾਇਦਾ ਕਿਹਨੂੰ ਹੋਣਾ? ਕੈਨੇਡੀਅਨ ਬਿਜ਼ਨਸ ਨੂੰ ਹੋਣਾ। ਸੋ ਜਿੱਥੇ ਟ੍ਰੇਡ ਦੀ ਗੱਲ ਆਉਂਦੀ ਆ ਔਰ ਪੰਜਾਬ 'ਚ ਉਹਨਾਂ ਦੀ ਆਓ ਭਗਤ ਦੀ ਗੱਲ ਆਉਂਦੀ ਆ, ਮੈਂ ਕਹਿੰਦਾ ਕੋਈ ਚੀਜ਼ ਇਹਨੂੰ ਬੀਟ ਨਹੀਂ ਕਰ ਸਕਦੀ। ਕੈਨੇਡਾ ਇਲੈਕਟ ਦੇ ਵਿੱਚ ਗੱਲਬਾਤ ਹੋ ਰਹੀ ਆ ਸਨੀ ਨਿਊਟਨ ਤੋਂ ਲਿਬਰਲ ਕੈਂਡੀਡੇਟ ਸੁਖ ਧਾਲੀਵਾਲ ਸਾਹਿਬ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਹੁਣ ਨਿਊਟਨ ਹਲਕੇ ਬਾਰੇ। ਧਾਲੀਵਾਲ ਸਾਹਿਬ, ਤੁਹਾਡਾ ਬਹੁਤ ਹੀ ਵੱਡਾ ਹਲਕਾ ਵਾ, ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਵੀ ਰਿਹਾ, ਖਾਸ ਕਰਕੇ ਜੋ ਵਾਇਲੈਂਸ ਨੂੰ ਲੈ ਕੇ ਕਾਫੀ ਜੀ ਰੱਖੀ ਜਾਣ, ਕਹਿ ਦੇਣ ਵੀ $50 ਬਿਲੀਅਨ ਦੇ ਦਿਓ। ਗੱਲ ਤਾਂ ਇਹ ਆ ਵੀ ਅਸੀਂ $100 ਮਿਲੀਅਨ ਇਨਵੈਸਟ ਕੀਤਾ, ਉਹਦੇ ਵਿੱਚੋਂ 30 ਮਿਲੀਅਨ ਇਕੱਲੇ ਬ੍ਰਿਟਿਸ਼ ਕੋਲੰਬੀਆ 'ਚ ਆਏ, ਔਰ ਉਹਦੇ ਵਿੱਚੋਂ ਜਿਹੜੀ ਸਰੀ ਸਿਟੀ ਨੇ ਜਿੰਨੇ ਪੈਸੇ ਡਰਾ ਕਰਨੇ ਉਹਨੇ ਮਿਲਣੇ। ਜੇ ਸਿਟੀ ਸਰੀ ਉਹਨਾਂ ਨੂੰ ਕਹੇ ਸਾਨੂੰ 30 ਮਿਲੀਅਨ ਦੇ ਦਿਓ ਤਾਂ ਉਹ 30 ਦੇ ਦੇਣਗੇ। ਜੇ ਹੁਣ ਸਿਟੀ ਆਫ ਸਰੀ ਨੇ ਮੰਗੇ ਹੀ $7.5 ਮਿਲੀਅਨ ਆ, ਉਹਦੇ ਵਿੱਚ ਫੈਡਰਲ ਗਵਰਨਮੈਂਟ ਦਾ ਕੀ ਕਸੂਰ?
ਤੁਹਾਡਾ ਭਾਵ ਕਹਿੰਦਾ ਕਿ ਸਿਟੀ ਆਫ ਸਰੀ ਇੱਥੇ ਫੇਲ ਹੋਇਆ ਕਿ ਜਿਹੜਾ ਇਹ ਨਹੀਂ ਹੋਇਆ। ਜਿਹੜੀ ਅੱਜ ਉਹਨਾਂ ਦੀ ਡਿਮਾਂਡ ਸੀਗੀ ਸਿਟੀ ਆਫ ਸਰੀ ਦੀ, ਉਹਨਾਂ ਨੇ ਉਹ 7.5 ਮਿਲੀਅਨ ਮੰਗੇ, ਬਾਕੀ ਪੈਸੇ ਪਏ ਆ। ਜੇ ਹੋਰ ਚਾਹੀਦੇ ਹੋਣਗੇ ਉਸ ਜਿਹੜਾ ਹੋਊਗਾ ਆਪਣਾ ਉਦੋਂ ਹੋਰ ਆ ਜਾਣਗੇ। ਸੋ ਇਹ ਜਿਹੜੀ ਡਾਇਲੋਗ ਹੈਗਾ ਇਹ ਸਿਟੀ ਆਫ ਸਰੀ ਨਾ ਕਰਨਾ ਚਾਹੀਦਾ। ਪਰ ਇਹ ਜ਼ਰੂਰ ਆ, ਪਰ ਇਸ ਰੈਲੀ ਨੂੰ ਸੁੱਕੀ ਸੰਧੂ ਵਾਂਗੂ ਸੇਵਾ ਦੇ ਨਾਲ ਕਰਨਾ ਚਾਹੀਦਾ, ਨਾ ਕਿ ਇਲੈਕਸ਼ਨ ਫੈਡਰਲ ਇਲੈਕਸ਼ਨ ਦੀਆਂ ਤਿਆਰੀਆਂ ਜਿਹੜੀਆਂ ਉਦੋਂ ਸ਼ੁਰੂ ਕੀਤੀਆਂ ਸੀ ਉਹ ਇਹਦਾ ਫਾਇਦਾ ਲੈਣਾ ਚਾਹੀਦਾ। ਇਹ ਬੜੇ ਦੁੱਖ ਦੀ ਗੱਲ ਆ। ਕ੍ਰਾਈਮ ਦੇ ਉੱਤੇ ਜਿੱਥੇ ਵੀ ਆਇਆ NDP ਦਾ ਰੈਕਡ ਬੜਾ ਕਲੀਅਰ ਆ। ਕੋਈ ਵੀ ਬਿੱਲ ਜਿਹੜਾ ਹਾਊਸ ਆਫ ਕਾਮਨ 'ਚ ਆਇਆ ਕ੍ਰਾਈਮ ਦੇ ਉੱਤੇ, ਉਹਨਾਂ ਨੇ ਹਮੇਸ਼ਾ ਜਿੱਥੇ ਆਪਾਂ ਸਖਤ ਕਾਨੂੰਨ ਬਣਾਉਣ ਦੀ ਗੱਲ ਕਰਦੇ ਹਾਂ ਉਹਦੀ ਵਿਰੋਧਤਾ ਕੀਤੀ। ਮੈਂ ਇਹ ਕਹਿ ਸਕਦਾ ਮੇਰਾ ਰੈਕਡ ਕਲੀਅਰ ਆ। ਚਾਹੇ ਕੋਈ ਬਿੱਲ ਕੰਜ਼ਰਵੇਟਿਵ ਪਾਰਟੀ ਲੈ ਕੇ ਆਈ, ਚਾਹੇ ਲਿਬਰਲ ਪਾਰਟੀ ਲੈ ਕੇ ਆਈ, ਸਖਤ ਕਾਨੂੰਨ ਬਣਾਉਣ ਦਾ ਮੈਂ ਹਮੇਸ਼ਾ ਉਹਨਾਂ ਦੀ ਮਦਦ ਕੀਤੀ। ਪਿੱਛੇ ਹੋਇਆ ਕਿ ਅਸੀਂ ਕਾਨੂੰਨ ਬਣਾਉਣਾ ਸੀ ਬਈ ਤੁਹਾਨੂੰ ਲਾਇਸੈਂਸ ਲੈਣਾ ਔਖਾ ਹੋ ਜਾਵੇ ਗਨ ਦੇ ਲਈ। ਕੰਜ਼ਰਵੇਟਿਵ ਨੇ ਵੀ ਨਹੀਂ ਉਹਦੇ ਸਾਥ ਦਿੱਤਾ, ਅਪੋਜ਼ ਕੀਤਾ, ਕਿਉਂਕਿ ਗਨ ਲੌਬੀ ਦੇ ਨਾਲ ਉਹ ਜਿਹੜਾ ਨੇ ਮਿੱਤਰ ਨੇ ਉਹਨਾਂ ਦੇ NDP ਨੇ ਤਾਂ ਕਰਨਾ ਹੀ ਕੀ ਆ। ਸੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸਾਨੂੰ ਸੋਚਣੀਆਂ ਪੈਣੀਆਂ ਨੇ। ਇੱਕੋ ਹੀ ਇੱਕ ਆ, ਜਦੋਂ ਕ੍ਰਾਈਮ ਦੀ ਗੱਲ ਆਉਂਦੀ ਹੈਗੀ ਆ, ਜਿਹੜਾ ਸਮਾਰਟ ਤਰੀਕੇ ਨਾਲ ਸੋਚਦੇ ਹੈਗੇ ਆ ਉਹ ਲਿਬਰਲ ਗਵਰਨਮੈਂਟ ਹੈਗੀ ਆ। ਪਰ ਕੀ ਕਾਰਨ ਹੈਗਾ ਧਾਲੀਵਾਲ ਸਾਹਿਬ, ਕਿਉਂਕਿ MP 3 ਹੋਰ ਵੀ ਹੈਗੇ ਨੇ ਸਰੀ ਦੇ ਵਿੱਚ, ਜਦੋਂ ਜਾਗੋ ਰੈਲੀ ਦੌਰਾਨ ਜੋ ਰੈਲੀਆਂ ਹੋਈਆਂ ਉਹਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਉਹਦੇ ਵਿੱਚ ਇਨਵੋਲਵ ਕੀਤਾ ਗਿਆ। ਤੁਹਾਡੇ ਉੱਪਰ ਕਾਫੀ ਵਾਇਰਲ ਵੀ ਹੋਈਆਂ ਉਹ ਵੀਡੀਓਜ਼ ਕਿ ਜਿਹਦੇ ਵਿੱਚ ਕੁਝ ਬੰਦੇ ਤੁਹਾਡੇ ਪੈਰੀ ਪੈ ਰਹੇ ਨੇ ਕਿ ਸਾਡੇ ਬੱਚਿਆਂ ਨੂੰ ਬਚਾ ਲਓ, ਪਰ ਤੁਹਾਨੂੰ ਹੀ ਕਿਉਂ ਉਹਦਾ ਮੁੱਦਾ ਬਣਾਇਆ ਗਿਆ? ਦੇਖੋ ਰੀਜ਼ਨ ਤਾਂ ਇਹ ਕਿ ਉੱਥੇ MP ਮੈਂ ਹੀ ਗਿਆ ਜਾ ਕੇ। ਕਿਸੇ ਦਮ ਵੀ ਚਾਹੀਦਾ, ਜ਼ਰੂਰਤ ਚਾਹੀਦੀ ਆ। ਉੱਥੇ ਜ਼ਰੂਰਤ ਸੀਗੀ, ਦਮ ਸੀਗਾ ਮੇਰੇ 'ਚ, ਤਾਂ ਕਿ ਉਹ ਲੋਕਾਂ ਦੇ ਪੇਰੈਂਟਸ ਦੇ ਨਾਲ ਜਾ ਕੇ ਮੈਂ ਹਮਦਰਦੀ ਜ਼ਾਹਰ ਕਰ ਸਕਾਂ। ਠੀਕ ਹੈ ਨਾ? ਤੁਹਾਡਾ ਕਹਿਣਾ ਕਿ ਮੈਂ ਹੀ ਸਭ ਤੋਂ ਪਹਿਲਾਂ ਪਹੁੰਚਿਆ ਉੱਥੇ, ਜੋ ਪੇਰੈਂਟਸ ਉਸ ਵੇਲੇ ਦੁੱਖ ਦੇ ਵਿੱਚ ਸਨ, ਜੋ ਪਰਿਵਾਰ, ਉਹਨਾਂ ਦਾ ਪਤਾ ਲੈਣ ਲਈ। ਦੈਟਸ ਕਰੈਕਟ, ਕਿਉਂਕਿ ਸਾਡਾ ਫਰਜ਼ ਬਣਦਾ ਉਹ ਚੁਣੇ ਹੋਏ ਨੁਮਾਇੰਦੇ। ਜੇ ਚੁਣੇ ਹੋਏ ਨੁਮਾਇੰਦਿਆਂ ਨੂੰ ਕੋਈ ਉੱਥੇ ਢਾਹ ਵੀ ਲਊ ਗਿਆ ਨੂੰ, ਤੇ ਇਹ ਤਾਂ ਉਹ ਦੱਸਦਾ। ਜੇ ਹੁਣ ਜਿਹੜੀ ਉਹ ਕੀ ਬਣਾਈ ਸੀਗੀ ਵੇਕਅਪ ਸਰੀ, ਜੇ ਉਹਦੇ ਵਿੱਚੋਂ ਕੁਝ ਨੁਮਾਇੰਦੇ ਉਹਦੇ ਲੋਕਾਂ ਦੀਆਂ ਲੱਤਾਂ ਨੂੰ ਪੈ ਜਾਣਗੇ, ਉਹਦਾ ਉਹਨਾਂ ਤੇ ਆ। ਪਰ ਉਹਨਾਂ ਦੀ ਵੀ ਇੰਟੈਂਸ਼ਨ ਮੈਨੂੰ ਲੱਗਦਾ ਨਹੀਂ ਬੈਡ ਹੋਊਗੀ, ਕਿਉਂਕਿ ਇਮੋਸ਼ਨਸ ਹਾਈ ਸੀ ਉਹਦੇ। ਠੀਕ ਹੈ ਨਾ? ਜੇ ਮੈਂ ਕਹਾਂ ਉਹ ਇਮੋਸ਼ਨਸ ਹਾਈ ਹੁੰਦੇ, ਪਰ ਮੈਂ ਗੁੱਸਾ ਵੀ ਨਹੀਂ ਕੀਤਾ ਉਸ ਗੱਲ ਦਾ। ਪਰ ਗਿਲਾ ਇਸ ਗੱਲ ਦਾ ਵੀ ਜਿਹੜੇ ਇਹ ਖੜੇ ਹੋ ਕੇ ਵਾਅਦਾ ਕਰਦੇ ਸੀ ਵੀ ਅਸੀਂ ਇਲੈਕਸ਼ਨ ਨਹੀਂ ਲੜਾਂਗੇ, ਅੱਜ ਉਹ ਹਰਜੀਤ ਸਿੰਘ ਹੋਣੀ ਇਲੈਕਸ਼ਨ ਲੜਨ ਡਏ ਆ। ਉਹ ਜਵਾਬ ਦੇ ਕਹਿੰਦੇ ਜੀ 1 ਸਾਲ ਲਈ, 1 ਸਾਲ ਤੋਂ ਹੋ ਗਿਆ ਉਹਨਾਂ ਨੂੰ ਆਪਦੀ ਤਿਆਰੀ ਸ਼ੁਰੂ ਕੀਤਿਆਂ ਨੂੰ। ਤਿਆਰੀ ਤਾਂ ਉਦੋਂ ਹੀ ਸ਼ੁਰੂ ਹੋ ਗਈ ਸੀ ਇਲੈਕਸ਼ਨ ਲੜਨ ਦੀ। ਇਹ ਕਿਹੜਾ ਇੱਕ ਦਿਨ 'ਚ ਹੀ ਆ ਕੇ ਬੱਲੇ ਵੀ ਹੋ ਗਿਆ ਫੈਸਲਾ। ਤੁਸੀਂ ਡਾਇਰੈਕਟਲੀ ਕਹਿਣਾ ਚਾਹੁੰਦੇ ਹੋ ਕਿ ਇਹ ਜੋ ਸਰੀ ਦੀ ਉਹ ਰੈਲੀ ਸੀਗੀ, ਜੋ ਵੀ ਇਹ ਵੇਕਅਪ ਰੈਲੀ, ਜਾਂ ਇਹ ਸਿਰਫ ਇੱਕ ਪੋਲਿਟਿਕਸ ਦੇ ਵਿੱਚ ਆਉਣ ਦੇ ਲਈ ਇਹ ਰੈਲੀ ਕੀਤੀ ਗਈ? ਸੁੱਖੀ ਸੰਧੂ ਦਾ ਜਿਹੜਾ ਸੀਗਾ ਉਹ ਬਹੁਤ ਵਧੀਆ ਨਜ਼ਰੀਆ ਸੀ। ਮੈਂ ਅੱਜ ਵੀ ਕਹਿਣਾ ਉਹਦੀ ਸੋਚ ਵਧੀਆ ਸੀ। ਉਹਨੇ ਹੀ ਸਾਰਾ ਕੰਮ ਕੀਤਾ, ਚਿੱਠੀਆਂ ਵੀ ਉਹਨੇ ਲਿਖੀਆਂ। ਪਰ ਕਿਹਨੇ ਫਾਇਦਾ ਲਿਆ ਇਹਦਾ? ਸਾਰਿਆਂ ਨਾਲੋਂ ਜ਼ਿਆਦਾ ਹਰਜੀਤ ਗਿੱਲ ਨੇ। ਔਰ ਇੱਕ ਵੀ ਚਿੱਠੀ ਮੈਨੂੰ ਹਰਜੀਤ ਸਿੰਘ ਗਿੱਲ ਕੱਢ ਕੇ ਦਿਖਾਵੇ ਕਿਸੇ MP ਨੂੰ ਲਿਖੀ ਆ, ਕਿਸੇ ਪ੍ਰਾਈਮ ਮਿਨਿਸਟਰ ਨੂੰ ਲਿਖੀ ਆ ਉੱਥੇ, ਔਰ ਜਾਂ ਕੋਈ ਵੀ ਜਿਹੜਾ ਜਾ ਕੇ ਕਿਸੇ ਮੀਟਿੰਗ ਕੀਤੀ। ਔਰ ਸਗਾਂ ਇਹ ਕਹਿ ਦਿੰਦੇ ਸੀ ਵੀ ਅਸੀਂ ਚੁਣੇ ਹੋਏ ਨੁਮਾਇੰਦਿਆਂ ਨਾਲ ਮੀਟਿੰਗ ਨਹੀਂ ਕਰਨੀ, ਆਹ ਗੱਲ ਕਰ ਦਿੰਦੇ ਸੀ। ਇਹ ਕੋਈ ਕੰਸਟਰਕਟਿਵ ਕੰਮ ਹੈ? ਇਹ ਚਾਹੁੰਦੇ ਨੇ ਵੀ ਅਸੀਂ ਕਮਿਊਨਿਟੀਜ਼ ਨੂੰ ਇਕੱਠੇ ਲਿਆ ਕੇ ਕੋਈ ਕ੍ਰਾਈਮ ਦਾ ਫਾਇਦਾ ਕਰ ਸਕੀਏ? ਇਹ ਬਿਲਕੁਲ ਨਹੀਂ ਇਹਨਾਂ ਦੀ ਸੋਚ। ਦੂਜਾ ਮੁੱਦਾ ਸੀਗਾ ਪੁਲਿਸ ਦਾ। ਉਹ ਕਾਫੀ ਡੱਗ ਮਕੱਲਮ ਜਦੋਂ ਦੇ ਆਏ ਨੇ ਉਹਦੇ ਉੱਤੇ ਕਾਫੀ ਸੁਧਾਰ ਹੋਇਆ। ਪਬਲਿਕ ਦੀ ਡਿਮਾਂਡ ਸੀਗੀ, ਖਾਸ ਕਰਕੇ ਸਰੀ ਦੇ ਲੋਕਾਂ ਦੀ ਡਿਮਾਂਡ ਸੀ ਕਿ ਸਾਡੀ ਆਪਣੀ ਪੁਲਿਸ ਹੋਣੀ ਚਾਹੀਦੀ ਆ, ਸਰੀ ਪੁਲਿਸ ਹੋਣੀ ਚਾਹੀਦੀ ਆ, RCMP ਨਹੀਂ ਹੋਣੀ ਚਾਹੀਦੀ। ਤੁਹਾਡਾ ਉਹਦੇ 'ਤੇ ਕੀ ਕਹਿਣਾ? ਦੇਖੋ ਮੇਰਾ ਇਸ ਤੇ ਸਟੈਂਡਸ ਵੈਰੀ ਕਲੀਅਰ ਆ ਪਹਿਲੇ ਦਿਨ ਤੋਂ ਹੀ। ਨਵੰਬਰ 'ਚ ਡੱਗ ਮਕੱਲਮ ਹੋਣੀ ਅਕਤੂਬਰ ਨਵੰਬਰ ਜਾ ਕੇ ਸੋਚਦੇ ਨੇ ਵੀ ਮੈਂ ਇਲੈਕਸ਼ਨ ਲੜਨਾ ਮੇਅਰ ਦਾ। ਪਰ ਜੂਨ ਦੇ ਵਿੱਚ ਸਰੀ ਨਿਊਟਨ ਦੇ ਲੋਕ ਮੇਰੇ ਕੋਲ ਚੱਲ ਕੇ ਆਏ, ਮੈਨੂੰ ਉਹਨਾਂ ਚੁਣ ਕੇ ਭੇਜਿਆ ਕਿ ਮੈਂ ਉਹਨਾਂ ਦੀ ਗੱਲ ਸੁਣਾ ਔਰ ਉਹਨਾਂ ਦਾ ਮਸਲਾ ਪਾਰਲੀਮੈਂਟ 'ਚ ਲੈ ਕੇ ਜਾਵਾਂ। ਮੈਂ ਜੂਨ ਦੇ ਵਿੱਚ ਲੌਂਗ ਬਿਫੋਰ ਜਦੋਂ ਡੱਗ ਮਕੱਲਮ ਇਲੈਕਸ਼ਨ ਲੜਿਆ, ਮੈਂ ਚਿੱਠੀ ਲਿਖੀ ਸੀਗੀ ਜਿਹੜੇ ਫੈਡਰਲ ਮਿਨਿਸਟਰ ਸਾਡੇ ਰਾਲਫ ਗਡੇਲ, ਪ੍ਰੋਵਿੰਸ਼ੀਅਲ ਮਿਨਿਸਟਰ ਫਾਰਨਵਰਥ ਤੇ ਉਸ ਵੇਲੇ ਦੀ ਮੇਅਰ ਲਿੰਡਾ ਹੈਪਨਰ। ਮੈਂ ਉਹਨਾਂ ਨੂੰ ਕਿਹਾ ਸੀ ਵੀ ਲੋਕਾਂ ਦੀ ਸਰੀ ਦੀਆਂ ਦੀ ਇਹ ਬਹੁਤ ਵੱਡੀ ਡਿਮਾਂਡ ਆ, ਇਹ ਦੱਸੋ ਵੀ ਤੁਸੀਂ ਕਿਸ ਤਰੀਕੇ ਦੇ ਨਾਲ ਜਿਹੜਾ ਵਾ ਉਹ ਸਰੀ ਦੀ ਲੋਕਲ ਪੁਲਿਸ ਲਿਆ ਸਕਦੇ ਆ। ਉਦੋਂ ਵੀ ਮੈਂ ਜੂਨ ਦੇ ਵਿੱਚ ਉਹਨਾਂ ਦੀ ਮਦਦ ਤੇ ਸੀਗਾ।
ਜਦੋਂ ਡਗ ਮਕੱਲਮ ਰਨ ਕਰੇ ਉਦੋਂ ਉਹਦੇ ਜਿਹੜੇ ਆਲੇ ਦੁਆਲੇ ਚਹੇਤੇ ਸੀਗੇ ਉਹਨਾਂ ਨੇ ਮੇਰੇ ਤੋਂ ਚਿੱਠੀਆਂ ਦੀਆਂ ਕਾਪੀਆਂ ਮੰਗੀਆਂ। ਜਿਹੜਾ ਜਵਾਬ ਮੈਨੂੰ ਆਇਆ ਰਾਲਫ ਗਡੇਲ ਉਹਨਾਂ ਦਾ, ਉਹਦੀਆਂ ਚਿੱਠੀਆਂ ਦੀ ਜਵਾਬ ਮੰਨਿਆ ਜਿਹਦੇ ਵਿੱਚ ਰਾਲਫ ਗਡੇਲ ਸਪੋਰਟ ਕਰਦੇ ਸੀ। ਉਹ ਵੀ ਮੈਂ ਡਗ ਮਕੱਲਮ ਉਹਨਾਂ ਨੂੰ ਉਦੋਂ ਦਿੱਤੀਆਂ। ਤੇ ਹੁਣ ਡਗ ਮਕੱਲਮ ਉਹਨਾਂ ਨੂੰ ਫਤਵਾ ਦੇ ਦਿੱਤਾ ਲੋਕਾਂ ਨੇ। ਉਹ ਕਹਿੰਦੇ ਨੇ ਵੀ ਲੋਕਲ ਪੁਲਿਸ ਹੋਣੀ ਚਾਹੀਦੀ, ਤੇ ਮੈਂ ਹੁਣ ਡਗ ਮਕੱਲਮ ਉਹਨਾਂ ਦੀ ਜਿਹੜੀ ਆ ਉਹ ਨੈਚੁਰਲੀ ਸਪੋਰਟ ਕਰਦੇ। ਕਿਉਂ? ਅਸੀਂ ਆਟਵਾ ਤੋਂ ਥੱਲੇ ਨਹੀਂ ਥੋਪਣਾ ਚਾਹੁੰਦੇ। ਅਸੀਂ ਚਾਹੁੰਦੇ ਕਿ ਜੋ ਲੋਕਲ ਲੋਕ ਜਿਹੜੀ ਰਹੇ ਆ ਉਹਨੂੰ ਕਿਸੇ ਤਰੀਕੇ ਦੇ ਨਾਲ ਆਟਵਾ 'ਚ ਪਹੁੰਚਾਇਆ ਜਾ ਸਕੇ। ਇਹ ਰਾਏ ਹੈਗੀ। ਤੁਸੀਂ ਰਾਲਫ ਗਡੇਲ ਸਾਹਿਬ ਦੀ ਗੱਲ ਕੀਤੀ, ਉਹਨਾਂ ਦਾ ਵੀ ਕਾਫੀ ਇਸ਼ੂ ਰਿਹਾ ਕਿ ਉਹ ਸਿੱਖਾਂ ਨੂੰ ਟੈਰਰਿਸਟ ਪਾਉਣ ਦੇ ਵਿੱਚ ਉਹਨਾਂ ਦਾ, ਫਿਰ ਉਹ ਤੋਂ ਬਾਅਦ ਨਿਕਲ ਵੀ ਗਿਆ। ਤੁਹਾਡਾ ਕਿੰਨਾ ਕੁ ਯੋਗਦਾਨ ਰਿਹਾ ਉਹਨਾਂ ਨੂੰ ਇਹ ਕਨਵਿੰਸ ਕਰਨ ਦਾ ਕਿ ਉਹਨਾਂ ਨੇ ਗਲਤ ਕੰਮ ਕੀਤਾ? ਦੇਖੋ, ਉਹਦੇ ਵਿੱਚ ਸਾਰਿਆਂ ਨਾਲੋਂ ਪਹਿਲਾਂ ਮੈਨੂੰ ਮੋਨਿੰਦਰ ਸਿੰਘ ਨੇ, ਦਸ਼ਮੇਸ਼ ਦਰਬਾਰ ਦੇ ਪ੍ਰੈਜ਼ੀਡੈਂਟ, ਉਹਨਾਂ ਨੇ ਮੈਨੂੰ ਕੰਟੈਕਟ ਕੀਤਾ। WhatsApp ਮੈਸੇਜ ਆਇਆ। ਮੈਂ ਮੈਸੇਜ ਸੁਣਦਿਆਂ ਸਾਰ ਹੀ ਉੱਠ ਕੇ ਰਣਦੀਪ ਸਰਾਏ ਉਹਨਾਂ ਨੂੰ ਮਿਲਿਆ। ਮੈਂ ਕਿਹਾ ਰਣਦੀਪ, ਆ ਮੈਸੇਜ ਆਇਆ ਵੀ ਆਪਾਂ ਨੂੰ ਇਹ ਸਿੱਖ ਵਰਡ ਜਿਹੜਾ ਇਹ ਬੜਾ ਖਤਰਨਾਕ ਹੈ, ਇਹ ਸਾਨੂੰ ਰਲ ਕੇ ਕੰਮ ਕਰਨਾ ਪੈਣਾ। ਇਕੱਲੇ ਅਸੀਂ ਸਿੱਖ MP ਜੀ ਨਹੀਂ, ਹਿੰਦੂ ਰਾਜ ਸੈਣੀ ਹਿੰਦੂ ਹੈ, ਰਾਈਟ। ਉੱਥੇ ਵੇਲਸ ਵਰਗੇ ਜਿਹੜੇ ਗੋਰੇ ਵੀ ਸੀਗੇ, ਸ਼ਿਪਕੇ ਗੋਰਾ ਸੀਗਾ, ਮਤਲਬ ਹੋਰ ਵੀ ਮੈਂਬਰ ਜਿਹੜੇ ਅਸੀਂ ਇਕੱਠੇ ਹੋ ਕੇ ਅਸੀਂ ਰਾਲਫ ਗਡੇਲ ਨੂੰ ਮਿਲੇ। ਅਸੀਂ ਕਿਹਾ ਵੀ ਇਹ ਲਫ਼ਜ਼ ਹਰ ਹਾਲਤ ਦੇ ਵਿੱਚ ਰਿਪੋਰਟ 'ਚੋਂ ਨਿਕਲਣਾ ਚਾਹੀਦਾ। ਤੇ ਪਹਿਲਾਂ ਪੁੱਛਿਆ ਵੀ ਆਇਆ ਕਿਉਂ? ਉਹ ਕਹਿੰਦੇ ਵੀ ਜਿੰਨੀਆਂ ਵੀ ਇਹ ਏਜੰਸੀ ਸੀਗੀਆਂ ਉਹ ਹਮੇਸ਼ਾ ਹੀ ਇਹ ਵਰਡ ਯੂਜ਼ ਕਰਦੀਆਂ ਰਹਿੰਦੀਆਂ ਸੀ। ਉਹਨਾਂ ਦੀ ਆਮ ਲੈਂਗੁਏਜ ਇਹ ਸੀ ਕਿ ਇਹ ਵਰਡ ਜਿਹੜਾ ਯੂਜ਼ ਕਰਦੀਆਂ ਸੀ। ਰਾਲਫ ਗਡੇਲ ਉਹਨਾਂ ਨੇ ਉਹਦੇ ਕਿਹਾ ਵੀ ਮੈਂ ਦੁਬਾਰਾ ਰਿਵਿਊ ਕਰਦਾ ਔਰ ਇਹ ਵਰਡ ਇਸ ਵਾਰੀ ਨਹੀਂ, ਆਉਣ ਵਾਲੀਆਂ ਸੈਂਚਰੀ ਦੇ ਲਈ ਕਦੇ ਨਹੀਂ ਯੂਜ਼ ਹੋਊ। ਹਾਂ, ਮਾੜੀ ਗੱਲ ਇਹ ਹੋਈ ਵੀ ਉਹ ਵਰਡ ਆਇਆ ਪਰ ਵਿੱਚੋਂ ਕੱਢਿਆ ਗਿਆ। ਉਹ ਜਦੋਂ ਨਿਕਲਿਆ ਤੇ ਇਹਦਾ ਫਾਇਦਾ ਇਹ ਹੋਇਆ ਵੀ ਹੁਣ ਆਉਣ ਵਾਲੀਆਂ ਸੈਂਚਰੀ ਦੇ ਲਈ ਜਿਹੜੀਆਂ ਏਜੰਸੀਜ਼ ਵੀ ਆ ਉਹ ਵੀ ਇਸ ਨੂੰ ਨਹੀਂ ਵਰਤ ਸਕਣੀਆਂ। ਇਕੱਲਾ ਅਸੀਂ ਇੱਥੇ ਨਹੀਂ ਛੱਡਿਆ, ਜਦੋਂ ਮੁਸਲਿਮ ਕਮਿਊਨਿਟੀ ਦੀ ਗੱਲ ਆਈ ਉਹਦੇ ਵਿੱਚੋਂ ਵੀ ਰਣਦੀਪ ਨੇ ਤੇ ਮੈਂ ਰਲ ਕੇ ਅਸੀਂ ਉੱਥੇ ਕਿਹਾ ਵੀ ਇਹ ਜਿਹੜਾ ਸ਼ੀਆ ਤੇ ਸੁੰਨੀ ਲਫ਼ਜ਼ ਹੈਗਾ ਇਹ ਵੀ ਇਹਦੇ ਵਿੱਚੋਂ ਨਿਕਲਣੇ ਚਾਹੀਦੇ ਆ। ਇਹ 'ਚ ਬਹੁਤ ਵੱਡਾ ਯੋਗਦਾਨ ਆ ਜਿਹੜਾ ਉਹ ਪਾਇਆ ਹੈਗਾ ਸਾਰੇ MPs ਨੇ, ਚਾਹੇ ਉਹਨਾਂ 'ਚ ਹਰਜੀਤ ਸਿੰਘ ਸੱਜਣ ਨੇ, ਚਾਹੇ ਰਣਦੀਪ ਸਿੰਘ ਸਰਾਏ ਨੇ, ਚਾਹੇ ਦਾਸ ਆ, ਚਾਹੇ ਹੋਰ ਜਿਹੜੇ ਸਾਡੇ ਮੇਨ ਸਟ੍ਰੀਮ ਸਰੀ ਦੇ MP ਨੇ, ਜਾਂ ਰਾਜ ਸੈਣੀ ਵਰਗੇ ਜਿਹੜੇ ਹਿੰਦੂ ਜਨਰਲ ਨੇ। ਧਾਲੀਵਾਲ ਸਾਹਿਬ, ਤੁਹਾਡਾ ਸਰੀ ਕਾਫੀ ਵੱਡਾ, ਨਿਊਟਨ ਹਲਕਾ ਕਾਫੀ। ਸਰੀ ਦੇ ਇਨਫਰਾਸਟ੍ਰਕਚਰ ਦੇ ਲਈ ਜੇ ਪਿਛਲੇ 4-5 ਸਾਲ ਦੀ ਗੱਲ ਕਰੀ ਤਾਂ ਟਰੂਡੋ ਸਰਕਾਰ ਵੱਲੋਂ ਕੀ ਕੁਝ ਕੀਤਾ ਗਿਆ ਤੇ ਹੁਣ ਗਾਂ ਦੀ ਪਾਲਿਸੀਜ਼ ਕੀ ਕਹਿੰਦੇ? ਦੇਖੋ, ਜਦੋਂ ਅਸੀਂ ਸਰੀ ਨਿਊਟਨ ਦੀ ਗੱਲ ਕਰਦੇ ਹਾਂ ਜਾਂ ਸਰੀ ਦੀ ਗੱਲ ਕਰਦੇ ਹਾਂ, ਇਹ ਸਾਡੀਆਂ ਲੋੜਾਂ ਜਿਹੜੀਆਂ ਨੇ ਉਹ ਸਾਂਝੀਆਂ ਨੇ। ਜਿਹੜਾ ਕੋਈ ਸਰੀ ਸੈਂਟਰ 'ਚ ਰਹਿੰਦਾ ਉਹਦੇ ਬੱਚੇ ਨੇ ਕੁਆਂਟਮ ਪੋਲੀਟੈਕਨਿਕ ਯੂਨੀਵਰਸਿਟੀ ਆਉਣਾ। ਜਿਹੜਾ ਸਰੀ ਨਿਊਟਨ 'ਚ ਰਹਿੰਦਾ ਉਹਦੇ ਬੱਚੇ ਨੇ ਸਾਈਮਨ ਫਰੇਜ਼ਰ ਯੂਨੀਵਰਸਿਟੀ ਜਾਣਾ। ਜਿਹੜਾ ਬੱਚਾ ਫਲੀਟਵੁੱਡ ਪੋਰਟ ਕੈਲ 'ਚ ਰਹਿੰਦਾ ਉਹਨੇ ਜਿਹੜੀ ਆਪਣੀ ਹੈਗੀ ਆ ਆਰਟ ਐਂਡ ਕਲਚਰਲ ਸੈਂਟਰ ਸਰੀ ਨਿਊਟਨ 'ਚ ਉੱਥੇ ਆਉਣਾ। ਜਿਹੜਾ ਬੱਚਾ ਸਾਊਥ ਸਰੀ 'ਚ ਰਹਿੰਦਾ ਉਹਨੇ ਕਲੋਵਰਡੇਲ ਦੇ ਵਿੱਚ ਹੈਰੀਟੇਜ ਮਿਊਜ਼ੀਅਮ ਦੇ ਵਿੱਚ ਦੇਖਣ ਜਾਣਾ। ਸੋ ਸਾਡੀਆਂ ਜਿਹੜੀਆਂ ਡਿਮਾਂਡਸ ਹੈਗੀਆਂ ਉਹ ਸਰੀ ਦੀਆਂ ਇਕੱਠੀਆਂ ਨੇ। ਜਦੋਂ ਇਨਫਰਾਸਟ੍ਰਕਚਰ ਦੀ ਗੱਲ ਆਉਂਦੀ ਆ, ਲਿਬਰਲ ਸਰਕਾਰ ਨੂੰ ਬਹੁਤ ਵੱਡਾ ਮਾਣ ਆ ਕਿ ਸਾਰਿਆਂ ਨਾਲੋਂ ਜ਼ਿਆਦਾ ਮਨੀ ਜਿਹੜੀ ਆ ਉਹ ਸਰੀ ਦੇ ਵਿੱਚ ਆਈ, ਰਾਈਟ, ਜਿਹਦੇ ਵਿੱਚ $1.6 ਬਿਲੀਅਨ। ਪਹਿਲਾਂ ਲਿੰਡਾ ਹੈਪਨਰ ਸੀ, ਉਹ ਕਹਿੰਦੇ ਸੀ ਅਸੀਂ ਲਾਈਟ LRT ਬਣਾਉਣੀ। ਅਸੀਂ ਕਿਹਾ ਜੀ LRT ਬਣਾ ਲਓ, ਆ ਫੜੋ ਪੈਸੇ। ਫਿਰ ਉਹ ਤੋਂ ਬਾਅਦ ਡਗ ਮਕੈਲਮ ਹੋਣੀ ਆ ਗਏ, ਉਹ ਕਹਿੰਦੇ ਬਈ ਹੁਣ ਅਸੀਂ ਬਣਾਉਣੀ ਆ ਸਕਾਈ ਟ੍ਰੇਨ। ਫਿਰ ਵੀ ਉੱਥੇ ਮੈਂ ਲੜਾਈ ਕੀਤੀ ਵੀ ਹਾਂ, ਇਹ ਪੈਸੇ ਜਿਹੜੇ ਨੇ ਇਹ ਸਕਾਈ ਟ੍ਰੇਨ ਲਈ ਜਾਣੇ ਚਾਹੀਦੇ ਆ। ਕੁਆਂਟਮ ਪੋਲੀਟੈਕਨਿਕ ਯੂਨੀਵਰਸਿਟੀ ਜਿਹੜੀ ਆ ਉਹਦੀ ਬਿਲਡਿੰਗ ਵੱਡੀ ਹੋਈ, ਉਹਦੇ ਵਿੱਚ ਫੈਡਰਲ ਗਵਰਨਮੈਂਟ ਨੇ ਗ੍ਰਾਂਟ ਦਿੱਤੀ। SFU ਦੀ ਬਿਲਡਿੰਗ ਜਿਹੜੀ ਹੈ ਨਵੀਂ ਬਣੀ, ਉਹਦੇ ਵਿੱਚ $40 ਮਿਲੀਅਨ ਅਸੀਂ ਪਾਏ। ਹਾਈਵੇ 1 ਜਿਹੜਾ ਉਹਦੀ ਵਾਈਡਨਿੰਗ ਹੋਈ, $100 ਮਿਲੀਅਨ ਉਹ ਦਿੱਤਾ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ। ਆਰਟ ਗੈਲਰੀ ਦੇ ਵਿੱਚ ਜਿੱਥੇ ਆ ਕੇ ਸਾਡੀ ਫੈਮਲੀਜ਼ ਇਕੱਠੀਆਂ ਹੁੰਦੀਆਂ, ਉਸ ਦੇ ਵਿੱਚ ਅਸੀਂ ਇਨਵੈਸਟਮੈਂਟ ਕੀਤੀ। ਨਿਊਟਨ ਅਰੀਨਾ ਦੀ ਛੱਤ ਬਦਲਣ ਵਾਲੀ ਹੋਈ ਸੀ, ਉਹ ਵੀ ਅਸੀਂ $500 ਮਿਲੀਅਨ ਇਹਨਾਂ ਨੂੰ ਦਿੱਤਾ। ਡਾਈਕ ਬਣਨ ਵਾਲੇ ਸੀ ਸਰੀ 'ਚ, ਉਹ ਵੀ ਅਸੀਂ ਪੈਸੇ ਇਹਨਾਂ ਨੂੰ ਦਿੱਤੇ ਹੈ। ਸੋ ਜਦੋਂ ਇਹ ਸਾਰੀ ਚੀਜ਼ ਵੇਖਦੇ ਹਾਂ
ਤਾਂ ਚਾਹੇ 200 ਨਵੀਆਂ ਬੱਸਾਂ ਜਿਹੜੀਆਂ ਉਹ ਸਰੀ ਨਿਊਟਨ ਦੇ ਵਿੱਚ ਅਸੀਂ ਇੱਥੇ ਹੈਗਾ ਵਾ ਉਹ ਪਾਈਆਂ। ਸੋ ਇਹ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਇਹ ਸਾਰੀ ਜਿਹੜੀ ਇਨਫਰਾਸਟ੍ਰਕਚਰ ਮਨੀ ਜਿੰਨੀ ਵੱਡੀ ਗਿਣਤੀ ਦੇ ਵਿੱਚ ਸਰੀ ਦੇ ਵਿੱਚ ਲਿਬਰਲ ਗੌਰਮੈਂਟ ਚਾਹੀ ਆ, ਮੈਂ ਦਾਅਵਾ ਕਰਦਾ ਕਿ ਕਿਸੇ ਵੀ ਗੌਰਮੈਂਟ ਦੇ ਅੰਡਰ ਜਿਹੜੀ ਆ ਉਹ ਇੱਥੇ ਨਹੀਂ ਆਈ। ਮੈਂ ਧਾਲੀਵਾਲ ਸਾਹਿਬ ਇਹ ਖੁਦ ਵੀ ਕਹਿਣਾ ਚਾਹਾਂਗਾ ਕਿ ਇਹਦੇ ਵਿੱਚ ਤਾਂ ਕੋਈ ਡਾਊਟ ਨਹੀਂ ਹੈ ਕਿ ਵਿਜ਼ਟਰ ਵੀਜ਼ੇ ਬਹੁਤ ਲੱਗੇ, ਇਮੀਗ੍ਰੇਸ਼ਨ ਦੀ ਗੱਲ ਕਰੀਏ, ਪਰ ਕਈ ਲੋਕ ਫਿਰ ਵੀ ਇਸ ਗੱਲ ਤੋਂ ਖੁਸ਼ ਨਹੀਂ ਹੈ ਸਮਹਾਓ ਕਿ ਇੱਥੇ ਸਟੂਡੈਂਟਸ ਬਹੁਤ ਸਰੀ ਦੇ ਵਿੱਚ ਵੀ ਆ ਗਏ, ਖਾਸ ਕਰਕੇ ਤੁਹਾਡੇ ਹਲਕੇ ਦੇ ਵਿੱਚ KPU ਵੀ ਹੈਗੀ ਆ, ਹੋਰ ਵੀ ਕਈ ਸਾਈਮਨ ਫਰੇਜ਼ਰ ਵੀ ਹੈਗੀ ਆ, ਕਾਫੀ ਯੂਨੀਵਰਸਿਟੀ ਸਰੀ ਦੇ ਵਿੱਚ ਹੈਗੀਆਂ, ਤਾਂ ਸਟੂਡੈਂਟਸ ਨੂੰ ਲੈ ਕੇ ਕਾਫੀ ਲੋਕ ਚਿੰਤਤ ਹਨ। ਪਰ ਦੂਜੇ ਪਾਸੇ ਟਰੂਡੋਸ ਗਵਰਨਮੈਂਟ ਕਹਿੰਦੀ ਆ ਕਿ ਅਸੀਂ ਉਹਨਾਂ ਨੂੰ ਰੱਖਣਾ ਹੀ ਰੱਖਣਾ, ਚਾਹੇ ਜੋ ਮਰਜ਼ੀ ਹੋ ਜਾਏ। ਉਹ ਆਉਂਦੇ ਸਮੇਂ ਦੇ ਵਿੱਚ ਵੀ ਸਟੂਡੈਂਟਸ ਜਿਹੜੇ ਆ ਉਹ ਕੈਨੇਡਾ ਦੀ ਧਰਤੀ ਉੱਪਰ ਵੱਧ ਤੋਂ ਵੱਧ ਆਉਣਗੇ। ਤੁਸੀਂ ਉੱਤੇ ਕੀ ਕਹਿਣਾ ਚਾਹੋ? ਦੇਖੋ, ਜਿਹੜੀ ਪਹਿਲਾਂ ਮਾਪਿਆਂ ਦੀ ਗੱਲ ਕਰੀ, ਪਹਿਲਾਂ ਤਾਂ ਕਹਿੰਦੇ ਜੀ ਸਾਡੇ ਲਵਡ ਵਨਸ ਨੂੰ ਵੀਜ਼ੇ ਨਹੀਂ ਮਿਲਦੇ। ਸਾਡੇ ਕੋਲ ਆ ਕੇ ਜਦੋਂ ਕੰਜ਼ਰਵੇਟਿਵ ਪਾਰਟੀ ਨੇ ਜਮਾਂ ਬੰਦ ਕੀਤਾ ਸੀ, ਲੋਕ ਵਿਚਾਰੇ ਬਹੁਤ ਫਰਸਟ੍ਰੇਟਡ ਹੋਏ ਸੀ। ਉਧਰੋਂ ਕਿਸੇ ਦੇ ਮਰਗ ਹੋ ਗਈ, ਤੁਹਾਡੇ ਰਿਸ਼ਤੇਦਾਰ ਨੂੰ ਵੀਜ਼ਾ ਨਹੀਂ ਮਿਲ ਰਿਹਾ, ਉਧਰੋਂ ਅਸੀਂ ਬੱਚੇ ਦਾ ਵਿਆਹ ਰੱਖਿਆ, ਬੱਚੇ ਦਾ ਮਾਮਾ ਨਹੀਂ ਆ ਰਿਹਾ, ਬੱਚੇ ਦਾ ਭਰਾ ਨਹੀਂ ਆ ਰਿਹਾ, ਭੈਣ ਨਹੀਂ ਆ ਰਹੀ, ਅਸੀਂ ਆਉਂਦੇ ਹਾਂ ਵੀਜ਼ੇ ਖੋਲੇ। ਅਸੀਂ ਕਿਹਾ ਵੀ ਕਿਉਂ, ਜੇ ਦਿੱਲੀ ਦੇ ਵਿੱਚ 85% ਪਾਸ ਰੇਟ ਆ ਤਾਂ ਚੰਡੀਗੜ੍ਹ 'ਚ ਕਿਉਂ ਨਹੀਂ 85% ਪਾਸ ਰੇਟ? ਠੀਕ ਹੈ ਨਾ, ਉਹ ਵੀਜ਼ੇ ਮਿਲਣ ਲੱਗੇ। ਹੁਣ ਉਹ ਕਹਿੰਦੇ ਜੀ ਵੀ ਟੂ ਮੈਨੀ ਮਿਲਣ ਲੱਗੇ। ਠੀਕ ਹੈ ਨਾ, ਜੇ ਵਿਜ਼ਟਰ ਆ ਕੇ ਇੱਥੇ ਗਲਤ ਕੰਮ ਕਰਦਾ ਉਹਨੂੰ ਟਰੂਡੋ ਗਵਰਨਮੈਂਟ ਨਹੀਂ ਕਹਿੰਦੀ ਗਲਤ ਕਰੇ, ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਹੱਥ ਹੈਗਾ ਲੇਬਰ ਲਾਜ਼। ਜੇ ਕੋਈ ਇਲੀਗਲ ਕੰਮ ਕਰਦਾ ਤਾਂ ਪ੍ਰੋਵਿੰਸ਼ੀਅਲ ਗਵਰਨਮੈਂਟ ਉਹਨੂੰ ਫੜੇ, ਲੇਬਰ ਕੋਰਟ ਜਿਹੜੀ ਆ ਤੇ ਉਹਦੀ ਫੱਟੀ ਪੋਚੇ। ਤੇ ਸਾਡੀ ਸੁਸਾਇਟੀ ਨੂੰ ਵੀ ਚਾਹੀਦਾ ਕਿ ਉਹਨਾਂ ਨੂੰ ਕੰਮ ਨਾ ਦੇਵੇ। ਹੁਣ ਆਈ ਸਟੂਡੈਂਟਸ ਦੀ ਗੱਲ, ਇੱਕ ਬਹੁਤ ਵੱਡੀ ਗਲਤਫਹਿਮੀ ਆ ਕਿ ਜਿਹੜੇ ਸਟੂਡੈਂਟ ਆ ਉਹ ਸਾਡੇ ਲੋਕਲ ਸਟੂਡੈਂਟਾਂ ਦਾ ਸਪੋਰਟ ਲੈ ਰਹੇ। ਅੱਧੇ ਤਾਂ ਕੈਂਡੀਡੇਟਸ ਨੂੰ ਨਹੀਂ ਪਤਾ। ਕੱਲ ਮੈਂ ਦੇਖ ਰਿਹਾ ਸੀ ਸਾਡੇ NDP ਦੇ ਕੈਂਡੀਡੇਟ ਨੂੰ, ਸਰੀ ਨਿਊਟਨ ਦੇ ਹਰਜੀਤ ਸਿੰਘ ਨੂੰ ਇਹ ਨਹੀਂ ਪਤਾ ਕਿ ਵੀ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆਉਂਦੇ ਨੇ ਉਹਨਾਂ ਦੇ ਸਪਾਟ ਕੁਛ ਰਿਜ਼ਰਵ ਸਪਾਟ ਨੇ, ਜਿਹੜੇ ਲੋਕਲ ਸਪਾਟ ਨੇ ਉਹ ਪ੍ਰੋਵਿੰਸ਼ੀਅਲ ਗਵਰਨਮੈਂਟ ਜਿਹੜੀ ਆ ਉਹ ਨਿਯੁਕਤ ਕਰਦੀ ਆ। ਉਹ ਜਿੰਨੇ ਸਪਾਟ ਦੇ ਦਿੱਤੇ, ਜਿੰਨੀ ਫੰਡਿੰਗ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਕੀਤੀ ਪੋਸਟ ਸੈਕੰਡਰੀ ਐਜੂਕੇਸ਼ਨ, ਉਹਨੇ ਸਪਾਟ ਕ੍ਰੀਏਟ ਹੋ ਗਏ। ਮੈਂ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਨਾਲ ਤੇ ਆਪਣੇ ਕੁਆਂਟਲ ਪੋਲੀਟੈਕਨਿਕ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਨਾਲ ਮੀਟਿੰਗ ਕੀਤੀ। ਉਹਨਾਂ ਨੇ ਕਿਹਾ ਵੀ ਤਕਰੀਬਨ 12 ਤੋਂ 14% ਇੰਟਰਨੈਸ਼ਨਲ ਸਟੂਡੈਂਟ ਆਉਂਦੇ ਨੇ। ਉਹ ਕਹਿੰਦੇ ਵੀ 3 ਗੁਣਾ ਫੀਸ ਦਿੰਦੇ ਨੇ ਉਹ ਸਗੋਂ ਲੋਕਲ 2 ਸਟੂਡੈਂਟ ਜਿਹੜੇ ਨੇ ਉਹਨਾਂ ਦੀ ਉਹ ਹੈਲਪ ਕਰ ਰਹੇ। ਪਰ ਜਿੱਥੇ ਗੱਲ ਆਉਂਦੀ ਹੈ ਵੀ ਅਸੀਂ ਸਪੋਰਟਸ ਵਧਾਉਣੇ ਆ, ਜਿੱਥੇ ਫੈਡਰਲ ਗਵਰਨਮੈਂਟ ਨੇ ਰੋਲ ਪਲੇ ਕਰਨਾ, ਉੱਥੇ ਅਸੀਂ ਪੂਰਾ ਰੋਲ ਪਲੇ ਕੀਤਾ। ਕੁਆਂਟਲ ਪੋਲੀਟੈਕਨਿਕ ਯੂਨੀਵਰਸਿਟੀ ਦੀ ਫਾਰ ਬਿਲਡਿੰਗ ਕੱਲ ਉੱਥੇ ਡਿਬੇਟ ਹੋਈ ਸੀਗੀ, ਉਹ ਅਸੀਂ ਵਧਾਉਣ ਦੀ ਗੱਲ ਕੀਤੀ। ਉਹਦੇ ਵਿੱਚ ਅਸੀਂ $11 ਮਿਲੀਅਨ ਜਿਹੜੇ ਸੀ ਇਨਵੈਸਟ ਕੀਤੇ ਤਾਂ ਕਿ ਹੋਰ ਸਪੋਰਟਸ ਜਿਹੜੇ ਨੇ ਉਹ ਕੁਆਂਟਲ ਪੋਲੀਟੈਕਨਿਕ ਯੂਨੀਵਰਸਿਟੀ ਕ੍ਰੀਏਟ ਹੋ ਸਕਣ ਸਾਡੇ ਲੋਕਲ ਬੱਚਿਆਂ ਲਈ। ਉਦੋਂ ਬਾਅਦ ਆਈ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੀ, ਪਹਿਲਾਂ ਮੈਂ ਕਹਿ ਕੇ ਗਿਆ 40 ਮਿਲੀਅਨ ਅਸੀਂ ਪਾਏ, 40 ਮਿਲੀਅਨ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਪਾਏ, 400 ਨਵਾਂ ਸਪਾਟ ਕ੍ਰੀਏਟ ਕੀਤਾ। ਸੋ ਜਿੱਥੇ ਸਾਡੀ ਲੋੜ ਪਈ ਆ ਉਹ ਅਸੀਂ ਹਮੇਸ਼ਾ ਹੈਲਪ ਕੀਤੀ ਹੈ। ਸਟੂਡੈਂਟਸ ਦੀ ਹੈਲਪ ਕਰਾਂਗੇ ਕਿਉਂਕਿ ਪੜ੍ਹਾਈ ਬੜੀ ਜ਼ਰੂਰੀ ਆ। ਮੈਂ ਕਹਿੰਦਾ ਕਿ ਮੇਰੇ ਪੇਰੈਂਟਸ ਨੇ ਸਾਨੂੰ ਬੱਚਿਆਂ ਨੂੰ ਪੜ੍ਹਾਈ ਕਰਾਈ, ਮੈਨੂੰ ਡਿਗਰੀ ਆਫਟਰ ਡਿਗਰੀ ਕਰਵਾਈ, ਪ੍ਰੋਫੈਸ਼ਨਲ ਡੈਜੀਗ੍ਰੇਸ਼ਨ ਆਫਟਰ ਪ੍ਰੋਫੈਸ਼ਨਲ ਡੈਜੀਗ੍ਰੇਸ਼ਨ ਮੈਂ ਲੈ ਕੇ ਬੈਠਾ। ਇਹੀ ਸੋਚ ਮੇਰੀ ਮੇਰੇ ਬੱਚਿਆਂ ਪ੍ਰਤੀ ਸੀ। ਮੈਂ ਆਪਣੇ ਬੱਚੇ ਜਿਹੜੇ ਆ ਉਹਨਾਂ ਨੂੰ ਇਹ ਨਹੀਂ ਵੱਡੀਆਂ ਕਾਰਾਂ ਲੈ ਕੇ ਦੇ ਦੇਵਾਂ ਜਾਂ ਕੋਈ ਵੱਡੀਆਂ ਸੁੱਖ ਸਹੂਲਤਾਂ ਹੋਰ ਦੇ ਦੇਵਾਂ, ਉਹਨਾਂ ਨੂੰ ਆਮ ਸਧਾਰਨ ਬੱਚਿਆਂ ਵਾਂਗੂ ਰੱਖ ਕੇ ਉਹਨਾਂ ਨੂੰ ਮੈਡੀਕਲ ਦੀ ਡਿਗਰੀ ਕਰਨੀ ਅਸੀਂ ਉਹਨਾਂ ਨੇ ਉਹ ਕਰਵਾਈ, ਉਹਨਾਂ ਦੀ ਮਦਦ ਕੀਤੀ। ਬੱਚਿਆਂ ਦੀ ਪੜ੍ਹਾਈ ਬੜੀ ਜ਼ਰੂਰੀ ਆ, ਉੱਥੇ ਮੇਰਾ ਫੋਕਸ ਹਮੇਸ਼ਾ ਲੱਗਿਆ ਰਹੂਗਾ ਔਰ ਲੱਗਿਆ ਰਿਹਾ। ਇਹੀ ਕਾਰਨ ਆ ਕਿ ਜਿਹੜੇ ਬੱਚਿਆਂ ਨੂੰ ਲੋਨ ਹੁੰਦੇ ਆ ਉਹਨਾਂ ਦਾ ਅਸੀਂ ਟੈਕਸ ਜਿਹੜਾ ਉਹਨਾਂ ਦੀ ਜਿਹੜੀ ਇੰਟਰਸਟ ਦਿੰਦੇ ਸੀ ਉਹ ਮਾਫ ਕੀਤਾ ਤਾਂ ਕਿ ਹਰੇਕ ਬੱਚੇ ਨੂੰ ਤਕਰੀਬਨ $2000 ਜਿਹੜਾ ਬਚ ਸਕੇ। ਸਟੂਡੈਂਟ ਲਈ ਤਾਂ $2000 ਇੱਕ ਬਹੁਤ ਵੱਡੀ ਚੀਜ਼ ਹੈ। ਧਾਲੀਵਾਲ ਸਾਹਿਬ, ਤੁਸੀਂ ਆਖਰ ਦੇ ਵਿੱਚ ਕੀ ਕਹਿਣਾ ਚਾਹੋਗੇ ਕਿ ਲੋਕ ਤੁਹਾਨੂੰ ਵੋਟ ਕਿਉਂ ਪਾਉਣ, ਤੁਹਾਨੂੰ ਰੀਇਲੈਕਟ ਕਿਉਂ ਕਰਨ, ਤੇ ਦੂਜਾ ਤੁਸੀਂ ਜੇ ਦੁਬਾਰਾ ਰੀਇਲੈਕਟ ਹੁੰਦੇ ਹੋ ਤਾਂ ਕਿਹੜੇ ਕੰਮ ਨੇ ਉਹ ਜਿਹੜੇ ਤੁਸੀਂ ਆਉਂਦੇ ਸਮੇਂ ਦੇ ਵਿੱਚ ਕਰਨਾ ਚਾਹੋਗੇ ਸਰੀ ਨਿਊਟਨ ਨਾਲ? ਦੇਖੋ, ਸਾਰਿਆਂ ਨਾਲੋਂ ਪਹਿਲਾਂ ਗੱਲ ਤਾਂ ਇਹ ਹੈਗੀ ਆ ਬਈ ਮੈਂ ਤੁਹਾਡੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਜਦੋਂ ਅੱਜ ਤੋਂ 4 ਸਾਲ ਪਹਿਲਾਂ ਲੋਕ ਬੜੇ ਫਰਸਟ੍ਰੇਟਡ ਸੀਗੇ ਆਪਦੇ ਆਪਦੇ ਜਿਹੜੇ ਨੁਮਾਇੰਦੇ ਤੋਂ, ਕਿਉਂਕਿ ਉਹ ਚਾਹੁੰਦੇ ਸੀ ਕਿ ਉਹਨਾਂ ਦਾ ਨੁਮਾਇੰਦਾ ਸਖਤ ਮਿਹਨਤ ਕਰੇ, ਲੋਕਾਂ ਥਾਈਂ ਐਕਸੈਸੀਬਲ ਹੋਵੇ ਤੇ ਉਹਨਾਂ ਦੀਆਂ ਲੋੜਾਂ ਜਿਹੜੀਆਂ ਨੇ ਉਹਦੀ ਆਵਾਜ਼ ਪਾਰਲੀਮੈਂਟ ਦੇ ਵਿੱਚ ਲੈ ਕੇ ਜਾ ਕੇ ਡਿਲੀਵਰ ਕਰੇ।
ਮੇਰਾ ਦਫ਼ਤਰ ਇੱਕ ਐਸਾ ਦਫ਼ਤਰ ਆ ਸਰੀ ਨਿਊਟਨ ਦਾ, ਇਸ ਦੇ ਵਿੱਚ ਕਿਸੇ ਵੀ ਕੰਸਟੀਚੁਐਂਸੀ ਤੋਂ ਚੱਲ ਕੇ ਆਵੇ ਮੈਂ ਉਹਦੀ ਮਦਦ ਕਰਦਾ। ਜਦੋਂ ਹੁਣ ਦੇਖਦੇ ਹਾਂ ਅੱਜ ਟੈਕਸ ਘਟਾਉਣ ਦੀ ਗੱਲ ਕਰ ਲਈਏ, ਚਾਈਲਡ ਕੇਅਰ ਵਧੀਆ ਬਣਾਉਣ ਦੀ ਗੱਲ ਕਰ ਲਈਏ, ਸੀਨੀਅਰ ਦੀ ਗੱਲ ਕਰ ਲਈਏ, ਫਸਟ ਟਾਈਮ ਹੋਮ ਬਾਇਰ ਦੀ ਹੈਲਪ ਕਰ ਲਈਏ, ਔਰ ਜਿਹੜੀਆਂ ਮਿਲਟਰੀ ਸਟਾਈਲ ਅਸਾਲਟ ਗਨਸ ਨੇ ਜਿਹੜੀਆਂ ਉਹਨਾਂ ਨੂੰ ਬੰਦ ਕਰਨ ਦੀ ਗੱਲ ਕਰ ਲਈਏ, ਇਹੋ ਜਿਹੀਆਂ ਪਾਲਿਸੀਆਂ ਜਿਹੜੀਆਂ ਨੇ ਉਹ ਸਾਡੀ ਲਿਬਰਲ ਸਰਕਾਰ ਜਿਹੜੀ ਆ ਉਹ ਸੋਚਦੀ ਆ। ਚੋਇਸ ਬੜੀ ਕਲੀਅਰ ਹੈ ਇਸ ਵੇਲੇ, ਦੋ ਹੀ ਚੋਇਸਿਸ ਨੇ। ਇੱਕ ਪਾਸੇ ਹੈਗੀ ਆ ਐਂਡਰੂ ਸ਼ੀਅਰ ਦੀ ਡਿਸਟਰਕਟਿਵ ਜਿਹੜੀ ਰਾਈਟ ਵਿੰਗ ਆਈਡੀਓਲੋਜੀ, ਕੱਟਸ ਪਰ ਫੈਮਲੀਜ਼। ਦੂਸਰੇ ਪਾਸੇ ਪ੍ਰੋਗਰੈਸਿਵ ਵਿਜ਼ਨ ਹੈਗੀ ਆ ਜਸਟਿਨ ਟਰੂਡੋ ਦੀ, ਲਿਬਰਲ ਪਾਰਟੀ ਦੀ ਔਰ ਸੁਖ ਧਾਲੀਵਾਲ ਦੀ, ਕਿ ਇਹ ਜਿਹੜੀ ਹੈਗੀਆਂ ਨੇ ਅਸੀਂ ਇਨਵੈਸਟਮੈਂਟ ਕਰਨਾ ਇਹ ਫੈਮਲੀ 'ਚ। ਸੋ ਹੁਣ ਡਿਸੀਜਨ ਉਹਨਾਂ ਨੇ ਬਣਾਉਣਾ ਵੀ ਤੁਸੀਂ ਚਾਹੁੰਦੇ ਹੋ ਕਿ ਇਨਵੈਸਟਮੈਂਟ ਹੋਵੇ ਸਾਡੀ ਫੈਮਲੀਜ਼ ਦੇ ਵਿੱਚ ਜਾਂ ਸਾਡੀ ਫੈਮਲੀਜ਼ ਦੇ ਪ੍ਰੋਗਰਾਮਾਂ ਦੇ ਵਿੱਚ ਕੱਟ ਲੱਗਣ। ਜੇ ਤੁਸੀਂ ਪ੍ਰੋਗਰਾਮਾਂ ਦੇ ਵਿੱਚ ਕੱਟ ਲਾਉਣਾ ਚਾਹੁੰਦੇ ਹੋ ਤਾਂ ਕੰਜ਼ਰਵੇਟਿਵ ਪਾਰਟੀ ਤੇ ਹਾਰਪਰ ਹੋਣੀ ਹੈ, ਹੈਂਡੂ ਸ਼ੀਅਰ ਹੋਣੀ ਉਹਨਾਂ ਦੀ ਪਾਰਟੀ ਨੂੰ ਪਾਓ। ਜੇ ਤੁਸੀਂ ਚਾਹੁੰਦੇ ਹੋ ਕਿ ਸਾਡੀ ਫੈਮਲੀਜ਼ ਦੇ ਵਿੱਚ ਸਾਡੇ ਬਿਜ਼ਨੈਸ ਦੇ ਵਿੱਚ ਇਨਵੈਸਟਮੈਂਟ ਮਿਕਸ ਕਰੀਏ ਤਾਂ ਇੱਕੋ ਹੀ ਇੱਕ ਜਿਹੜਾ ਹੈ ਉਹ ਸਰੀ ਨਿਊਟਨ ਸੁਖ ਧਾਲੀਵਾਲ ਤੇ ਕੈਨੇਡਾ ਦੇ ਵਿੱਚ ਜਸਟਿਨ ਟਰੂਡੋ। ਧਾਲੀਵਾਲ ਸਰ ਬਹੁਤ ਬਹੁਤ ਧੰਨਵਾਦ। ਇਹ ਸਨ ਸੁਖ ਧਾਲੀਵਾਲ ਜਿਨ੍ਹਾਂ ਨੇ ਬੜੇ ਵਿਸਥਾਰ ਦੇ ਵਿੱਚ ਅੱਜ ਗੱਲਬਾਤ ਕੀਤੀ ਆਪਣੇ ਜੀਵਨ ਬਾਰੇ ਅਤੇ ਜੋ ਫੈਡਰਲ ਇਲੈਕਸ਼ਨਸ ਹੋ ਰਹੀਆਂ ਜਾਂ ਪਾਰਟੀ ਦੇ ਏਜੰਡੇ ਆ, ਜੋ ਲਿਬਰਲ ਪਾਰਟੀ ਦੇ ਟਰੂਡੋ ਗਵਰਨਮੈਂਟ ਦੇ ਜੋ ਏਜੰਡੇ ਹਨ ਉਹਦੇ ਬਾਰੇ ਉਹਨਾਂ ਨੇ ਬੜੇ ਵਿਸਥਾਰ 'ਚ ਗੱਲਬਾਤ ਕੀਤੀ। ਉਮੀਦ ਕਰਦਾ ਤੁਸੀਂ ਇਹ ਅੱਜ ਦੀ ਗੱਲਬਾਤ ਪਸੰਦ ਕੀਤੀ ਹੋਏਗੀ।